ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁ ਤਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸੇ ਚੁਮਾਸਾ ਸਤਿਗੁਰੂ ਡੇਰਾ ਕੀਨ ਮੁਕਾਮ। ਸੈਫਦੀਨ ਸੇਵਾ ਕਰਹਿ ਨਿਤ ਪ੍ਰਤ ਆਏ ਸਲਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਸੰਧਿਆ ਦੇ ਸਮੇਂ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਸੁਭਾਏਮਾਨ ਹੋ ਕੇ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੀਆਂ ਹਨ। ਸੋਦਾਰੇ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਕਲਗੀਧਰ ਪਿਤਾ ਜੀ ਦਾ ਹੁਕਮ ਹੈ ਸੰਧਿਆ ਸਮੇਂ ਸੁਨੇ ਰਹਿਰਾਸ। ਕੀਰਤਨ ਕਥਾ ਸੁਨੇ ਹਰ ਜਾਸ। ਇਨ ਮੈਂ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਕੋ ਜਾਏ। ਜਿਹੜਾ ਗੁਰੂ ਕਾ ਸਿੱਖ ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦਾ ਪਾਠ ਕੀਰਤਨ ਤੇ ਕਥਾ ਸਰਵਣ ਕਰਦਾ ਹੈ, ਨਿਸ਼ਚੈ ਕਰਕੇ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਿਰੰਕਾਰ ਦੇ ਦੇਸ਼ ਚਲਾ ਜਾਂਦਾ ਹੈ। ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਗੁਰਬਾਣੀ ਵਿੱਚ ਇਹ ਸ਼ਕਤੀ ਹੈ। ਆਪ ਜੀ ਨੇ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਤੇਗ ਬਹਾਦਰ ਸਿੰਧੀ ਚਾਦਰ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿੱਚ ਜੋੜੀਏ। ਗੁਰੂ ਕੀ ਪਵਿੱਤਰ ਕਥਾ ਦਾ ਆਨੰਦ ਮਾਣੀਏ। ਜਦੋਂ ਸਤਿਗੁਰੂ ਜੀ ਪਟਿਆਲੇ ਦੇ ਇਲਾਕੇ ਵਿੱਚ, ਉਦੋਂ ਪਟਿਆਲਾ ਵਸਿਆ ਨਹੀਂ ਸੀ। ਰਾਜਪੁਰੇ ਔਰ ਪਟਿਆਲੇ ਦੇ ਵਿਚਕਾਰ ਇੱਕ ਕਸਬਾ ਹੈ ਜਿਸ ਨੂੰ ਅੱਜ ਕੱਲ੍ਹ ਆਪਾਂ ਬਹਾਦਰਗੜ੍ਹ ਕਸਬਾ ਕਹਿੰਦੇ। ਇਹ ਬਹਾਦਰਗੜ੍ਹ ਨਾਮ ਮਹਾਰਾਜਾ ਪਟਿਆਲਾ ਨੇ ਰੱਖਿਆ ਸੀ। ਕਿਲੇ ਦਾ ਨਾਮ ਬਹਾਦਰਗੜ੍ਹ ਰੱਖਿਆ ਸੀ।
ਪਹਿਲਾਂ ਇਸ ਜਗ੍ਹਾ ਦਾ ਨਾਮ ਸੈਫਾਬਾਦ ਸੀ। ਸੈਫਾਬਾਦ ਸੈਫਦੀਨ ਇੱਕ ਮੁਸਲਮਾਨ ਹੋਇਆ ਹੈ, ਜੋ ਇਸ ਇਲਾਕੇ ਦਾ ਵੱਡਾ ਮਾਲਗੁਜ਼ਾਰ ਕਹਿ ਲਓ, ਇੱਥੋਂ ਦਾ ਚੌਧਰੀ ਕਹਿ ਲਓ, ਇੱਥੋਂ ਦਾ ਰਾਜਾ ਕਹਿ ਲਓ, ਕਾਫੀ ਪਿੰਡਾਂ ਦਾ ਮਾਲਕ, ਵੱਡਾ ਜ਼ਗੀਰਦਾਰ ਸੀ। ਔਰ ਉਸ ਦੀ ਔਰੰਗਜ਼ੇਬ ਨਾਲ ਰਿਸ਼ਤੇਦਾਰੀ ਵੀ ਦੱਸੀ ਜਾਂਦੀ ਹੈ, ਪਰ ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਕਿਉਂਕਿ ਜਿਹੜੇ ਰੱਬ ਦੇ ਆਸ਼ਿਕ ਹੁੰਦੇ ਨੇ ਉਹ ਕਿਸੇ ਮਜ਼ਹਬ, ਕਿਸੇ ਧਰਮ ਦੀ ਕੈਦ ਵਿੱਚ ਨਹੀਂ ਰਹਿੰਦੇ। ਉਹਨਾਂ ਦਾ ਧਰਮ ਇਨਸਾਨੀਅਤ ਹੁੰਦਾ ਹੈ, ਉਹਨਾਂ ਦਾ ਧਰਮ ਰੂਹਾਨੀਅਤ ਹੁੰਦਾ ਹੈ। ਉਹ ਹਰ ਇਨਸਾਨ ਵਿੱਚ ਉਸ ਰੱਬ ਦੀ ਜੋਤ ਵੇਖਦੇ ਨੇ, ਸਾਰਿਆਂ ਨਾਲ ਪਿਆਰ ਕਰਦੇ ਨੇ। ਐਸਾ ਉਹ ਸੈਫਦੀਨ ਮੁਸਲਮਾਨ ਫਕੀਰੀ ਕਿਸਮ ਦਾ ਬਿਰਤੀ ਵਾਲਾ ਬੰਦਾ ਸੀ। ਫਕੀਰਾਂ ਵਾਲੀ ਬਿਰਤੀ ਰੱਖਦਾ ਸੀ। ਰੋਜ਼ ਇਬਾਦਤ ਕਰਨੀ, ਬਾਣੀ ਰੱਬ ਦੀ ਪੜ੍ਹਨੀ ਸੁਣਨੀ, ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਨਾਂ ਸੁਣਿਆ ਹੋਇਆ ਸੀ। ਮਨ ਵਿੱਚ ਇੱਛਾ ਕਰਿਆ ਕਰਦਾ ਸੀ, ਜਦੋਂ ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਮੈਂ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਾਂ, ਪਰ ਅਜੇ ਉਸ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਸੀ ਹੋਇਆ। ਅਚਾਨਕ ਉਹਦੇ ਅਸਥਾਨ ਤੇ ਗੁਰੂ ਸਾਹਿਬ ਬਾਗ ਵਿੱਚ ਜਾ ਬਿਰਾਜੇ ਹਨ। ਸੈਫਦੀਨ ਬੜੇ ਪ੍ਰੇਮ ਨਾਲ ਮਿਲਿਆ ਹੈ, ਚਰਨਾਂ ਤੇ ਮੱਥਾ ਟੇਕਿਆ। ਬਹੁਤ ਸੋਹਣੀਆਂ ਸੁੰਦਰ ਭੇਟਾਵਾਂ ਨਜ਼ਰਾਨਾ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਿਆ ਹੈ ਤੇ ਬੇਨਤੀ ਕੀਤੀ, ਮਹਾਰਾਜ ਅੱਗੇ ਚੁਮਾਸਾ ਆ ਗਿਆ। ਸਾਵਣ ਭਾਦਰੋਂ ਦੇ ਦਿਨਾਂ 'ਚ ਬੜੇ ਮੀਂਹ ਪੈਂਦੇ ਹਨ, ਨਦੀਆਂ ਚੜ੍ਹ ਜਾਂਦੀਆਂ ਹਨ, ਰਸਤੇ ਟੁੱਟ ਜਾਂਦੇ ਹਨ, ਆਵਾਜਾਈ ਦੇ ਸਾਧਨ ਨਹੀਂ ਰਹਿੰਦੇ, ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ। ਆਮ ਤੌਰ ਤੇ ਸਾਰੇ ਹੀ ਰਾਹਗੀਰ, ਸਾਧੂ ਸੰਤ, ਮਹਾਤਮਾ ਇਹਨਾਂ ਦਿਨਾਂ ਵਿੱਚ ਸਫ਼ਰ ਕਰਨਾ ਛੱਡ ਦਿੰਦੇ ਸੀ। ਸੋ ਆਪ ਜੀ ਇੱਥੇ ਟਿਕ ਜਾਓ, ਮੈਨੂੰ ਦਰਸ਼ਨ ਬਖਸ਼ੋ। ਉਹਦੀ ਬੇਨਤੀ ਮੰਨ ਕੇ ਗੁਰੂ ਸਾਹਿਬ ਬਹਾਦਰਗੜ੍ਹ ਵਾਲੀ ਥਾਂ ਤੇ, ਯਾਨੀ ਜਿਸ ਨੂੰ ਉਦੋਂ ਸੈਫਾਬਾਦ ਕਹਿੰਦੇ ਸਨ, ਚੁਮਾਸੇ ਲਈ ਰੁਕ ਗਏ ਹਨ। ਉਥੋਂ ਦੀ ਕਥਾ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ। ਪਿਆਰ ਨਾਲ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਧਰ ਕੇ ਆਖਣਾ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸੇ ਚੁਮਾਸਾ ਸਤਿਗੁਰੂ। ਸਤਿਗੁਰੂ ਜੀ ਸਾਵਣ ਭਾਦੋਂ ਦੇ ਮਹੀਨੇ ਕੱਟਣ ਵਾਸਤੇ ਬਹਾਦਰਗੜ੍ਹ ਸੈਫਾਬਾਦ ਵਾਲੀ ਥਾਂ ਤੇ ਰੁਕ ਗਏ ਹਨ। ਡੇਰਾ ਕੀਨ ਮੁਕਾਮ, ਔਰ ਸੈਫਦੀਨ ਦੇ ਕੋਲ ਹੀ ਡੇਰਾ ਕਰ ਲਿਆ ਹੈ। ਸੈਫਦੀਨ ਸੇਵਾ ਕਰ ਹੈ, ਔਰ ਸੈਫਦੀਨ ਬੜੇ ਪ੍ਰੇਮ ਨਾਲ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦਾ ਹੈ। ਨਿਤ ਪ੍ਰਤ ਆਏ ਸਲਾਮ, ਹਰ ਰੋਜ਼ ਗੁਰੂ ਸਾਹਿਬ ਨੂੰ ਬਾਗ ਵਿੱਚ ਮਿਲਣ ਆਉਂਦਾ ਹੈ। ਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹੈ, ਦਰਸ਼ਨ ਕਰਦਾ ਹੈ। ਕੁਝ ਸਮਾਂ ਗੁਰੂ ਸਾਹਿਬ ਕੋਲ ਬੈਠ ਕੇ ਰੂਹਾਨੀਅਤ ਦੀਆਂ ਗੱਲਾਂ ਪੁੱਛਦਾ ਹੈ, ਰੱਬ ਦੀਆਂ ਬਾਤਾਂ ਪੁੱਛਦਾ ਹੈ। ਚੌਪਈ ਸੰਗਤ ਗੁਰ ਕੀ ਠਾਨ ਹਮੇਸ਼ੂ, ਹਮੇਸ਼ਾ ਗੁਰੂ ਕੀ ਸੰਗਤ ਕਰਦਾ ਹੈ। ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਆਪਾਂ ਸਾਧ ਸੰਗਤ ਕਰਨੀ ਛੱਡ ਦਿੱਤੀ ਹੈ, ਤਾਂ ਹੀ ਸਾਨੂੰ ਰਹਿਣੀ ਬਹਿਣੀ ਕਹਿਣੀ ਸਹਿਣੀ ਦਾ ਪਤਾ ਨਹੀਂ ਰਿਹਾ। ਮਹਾਰਾਜ ਤਾਂ ਰੋਜ਼ ਕਹਿੰਦੇ ਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਜਾਂਦਾ ਹੈ, ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਜੀਵਨ ਜਾਚ ਵੀ ਆਉਂਦੀ ਹੈ। ਇਹ ਲੋਕ ਸੁਖੀਏ ਤੇ ਪਰਲੋਕ ਸੁਹੇਲਿਓ ਬਣ ਜਾਂਦਾ ਹੈ। ਇਸ ਕਰਕੇ ਸੈਫਦੀਨ ਗੁਰੂ ਸਾਹਿਬ ਜੀ ਦੀ ਸੰਗਤ ਬਹੁਤ ਲੰਮਾ ਸਮਾਂ ਕਰਦਾ ਰਿਹਾ। ਤਿਉ ਤਿਉ ਚਿਤ ਮਹਿ ਪ੍ਰੇਮ ਵਿਸ਼ੇਸ਼ੂ, ਜਿਉਂ-ਜਿਉਂ ਮਹਾਰਾਜ ਦੀ ਸੰਗਤ ਕਰਦਾ ਰਿਹਾ, ਤਿਉਂ-ਤਿਉਂ ਰੰਗਤ ਚੜ੍ਹਦੀ ਗਈ। ਸੰਗਤ ਵਿੱਚੋਂ ਹੀ ਰੰਗਤ ਲੱਗਦੀ, ਜੈਸੀ ਸੰਗਤ ਵੈਸੀ ਰੰਗਤ। ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਰੱਬੀ ਰੰਗ ਚੜ੍ਹ ਜਾਂਦਾ ਹੈ। ਇਸ ਸੈਫਦੀਨ ਨੂੰ ਵੀ ਉਹ ਰੰਗ ਚੜ੍ਹ ਗਿਆ ਹੈ। ਕਬਹੂ ਲੈ ਨਿਜ ਸੰਗ ਸਿਧਾਰਾ ਹੈ, ਇਹ ਕਦੇ-ਕਦੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਜਾਂਦਾ ਹੈ। ਸਦਨ ਆਪਨੇ ਜਾਏ ਬਿਠਾਰ ਹੈ, ਆਪਣੇ ਘਰ ਦੇ ਵਿੱਚ ਵੀ ਚਰਨ ਪਵਾਉਂਦਾ ਹੈ। ਦੱਸਦੇ ਹਨ ਜਿੱਥੇ ਅੱਜ ਕੱਲ੍ਹ ਕਿਲ੍ਹਾ ਹੈ, ਇੱਥੇ ਉਹਦਾ ਘਰ ਹੁੰਦਾ ਸੀ। ਜਿੱਥੇ ਬਾਹਰਲਾ ਗੁਰਦੁਆਰਾ ਸਾਹਿਬ ਹੈ ਬਹਾਦਰਗੜ੍ਹ ਦਾ, ਇੱਥੇ ਬਾਗ ਹੁੰਦਾ ਸੀ।
ਸੋ ਕਦੀ ਕਦੀ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਲਿਜਾਂਦਾ ਹੈ। ਪਰਚੇ ਰਹਿ ਇਹਾਂ ਚਿਰ ਕਾਲਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਰਚਾ ਕੇ ਰੱਖਦਾ, ਮਹਾਰਾਜ ਮੇਰੇ ਕੋਲ ਹੀ ਰਹਿਣ, ਕਿਤੇ ਜਾਣ ਹੀ ਨਾ। ਉਹਦੀ ਤਾਂ ਇਉਂ ਇੱਛਾ ਬਣ ਗਈ ਹੈ ਵੀ ਸਾਰੀ ਉਮਰ ਹੀ ਸਤਿਗੁਰੂ ਇੱਥੇ ਰਹਿਣ ਤੇ ਮੈਂ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਦਾ ਰਹਾ। ਜਾਂ ਤੇ ਠਾਨਤ ਜਤਨ ਵਿਸਾਲਾ। ਉਹ ਬੜੇ ਯਤਨ ਕਰਦਾ ਹੈ ਵੀ ਗੁਰੂ ਸਾਹਿਬ ਇੱਥੋਂ ਅੱਗੇ ਨਾ ਚਲੇ ਜਾਣ ਕਿਤੇ। ਅਨੇਕ ਭਾਂਤ ਕੀ ਬਾਤ ਸੁਣਾਵੇ। ਮਹਾਰਾਜ ਨਾਲ ਬੈਠਾ ਕਈ ਕਈ ਘੰਟੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਾ ਰਹਿੰਦਾ ਹੈ। ਰੂਹਾਨੀਅਤ ਦੀਆਂ ਗੱਲਾਂ, ਬੰਦਗੀ ਦੀਆਂ ਗੱਲਾਂ ਕਰਦਾ ਹੈ, ਸੰਤਾਂ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਪੁੱਛਦਾ ਹੈ, ਉਸ ਅੱਲਾਹ ਤਾਲਾ ਦੀਆਂ ਗੁਪਤ ਗੱਲਾਂ ਪੁੱਛਦਾ ਹੈ। ਘਰ ਅੰਤਰ ਕੇ ਬਾਗ ਦਿਖਾਵੇ। ਕਦੀ ਆਪਣੇ ਘਰ ਲਿਜਾ ਕੇ ਸੇਵਾ ਕਰਦਾ ਹੈ ਤੇ ਕਦੀ ਸਤਿਗੁਰੂ ਜੀ ਨੂੰ ਬਾਗ ਦੀ ਸੈਰ ਕਰਾਉਂਦਾ ਹੈ। ਬਹੁਰ ਫਰਸ਼ ਸੁੰਦਰ ਡਸਵਾਵੇ। ਫਿਰ ਬੜੇ ਸੋਹਣੇ ਸੁੰਦਰ ਫਰਸ਼ ਵਿਛਾ ਕੇ, ਗਲੀਚੇ ਵਿਛਾ ਕੇ ਦੀਵਾਨ ਸਜਾਉਂਦਾ ਹੈ। ਕਰ ਬਿਨਤੀ ਸਨਮਾਨ ਬਿਠਾਵੇ। ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਿਰਾਜਮਾਨ ਹੋ। ਉੱਚੇ ਥਾਂ ਤੇ ਸੋਹਣਾ ਆਸਣ ਲਵਾ ਕੇ ਸੁੰਦਰ ਮਹਾਰਾਜ ਦਾ ਪਲੰਘਾ ਲਵਾ ਦਿੰਦਾ ਹੈ ਤੇ ਬੜੇ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਉੱਤੇ ਬਿਠਾਉਂਦਾ ਹੈ। ਚਾਰੂ ਚੌਪਰ ਅਗਰ ਵਿਛਾਵੇ। ਤੇ ਸਤਿਗੁਰੂ ਜੀ ਨਾਲ ਚੌਪੜ ਖੇਡਦਾ ਹੈ। ਚੌਪੜ ਦੀ ਖੇਡ ਸਾਧ ਸੰਗਤ ਜੀ ਜਿਵੇਂ ਸ਼ਤਰੰਜ ਦੀ ਖੇਡ ਹੈ, ਇਵੇਂ ਚੌਪੜ ਦੀ ਖੇਡ ਵੀ ਜਿਹੜੀ ਹੈ ਇਹ ਬੜੇ ਦਿਮਾਗ ਵਾਲੀ ਖੇਡ ਹੈ। ਰਾਜਨੀਤੀ ਦੇ ਮਾਹਰ ਲੋਕ ਜਿਹੜੇ ਹਨ ਉਹ ਜ਼ਰੂਰ ਖੇਡਿਆ ਕਰਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਇਹ ਵਿਦਿਆ ਜਾਣਦੇ। 6ਵੇਂ ਪਾਤਸ਼ਾਹ ਦਾ ਵੀ ਜ਼ਿਕਰ ਆਉਂਦਾ ਹੈ। ਜਦੋਂ ਖੋਜੇ ਅਨਵਰ ਖਾਨ ਨੂੰ ਸਤਿਗੁਰੂ ਜੀ ਨੇ ਕਈ ਵਾਰ ਚੌਪੜ 'ਚ ਹਰਾਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਉਹ ਫਿਰ ਛਿੱਥਾ ਪੈ ਕੇ ਮਾਰ ਖਾ ਕੇ ਗਿਆ ਸੀ। ਉਹ ਤਾਂ ਪਿੱਛੇ ਕਥਾ ਆਉਂਦੀ ਹੈ ਪੈਂਦੇ ਖਾਂ ਦੀ, ਜਦੋਂ ਜੰਗ ਹੋਈ ਸੀ ਕਰਤਾਰਪੁਰ ਸਾਹਿਬ ਦੀ। ਇਸੇ ਤਰ੍ਹਾਂ ਮਹਾਰਾਜ 10ਵੇਂ ਪਾਤਸ਼ਾਹ ਜੀ ਵੀ ਕਈ ਵਾਰ ਚੌਪੜ ਖੇਡ ਦੇ ਇਤਿਹਾਸ ਵਿੱਚ ਨਜ਼ਰ ਆਉਂਦੇ ਨੇ। ਇਹ ਖੇਡ ਜਿਹੜੀ ਹੈ ਨਾ ਇਹ ਬੜੀ ਦਿਮਾਗ ਵਾਲੀ ਖੇਡ ਹੈ, ਦਿਮਾਗ ਨੂੰ ਤਿੱਖਾ ਕਰਦੀ ਹੈ। ਜਿਨ੍ਹਾਂ ਨੇ ਰਾਜਨੀਤੀ ਦਾ ਗਿਆਨ ਲੈਣਾ ਹੋਵੇ ਉਹਨਾਂ ਨੂੰ ਇਹ ਖੇਡ ਜ਼ਰੂਰੀ ਸਿੱਖਣੀ ਪੈਂਦੀ, ਕਿਉਂਕਿ ਸਤਿਗੁਰੂ ਇਕੱਲੇ ਭਗਤ ਨਹੀਂ ਹਨ, ਉਹ ਰਾਜੇ ਵੀ ਹਨ ਤੇ ਜੋਗੀ ਵੀ ਹਨ। ਸਰਵ ਵਿਦਿਆ ਕੇ ਨਿਦਾਨ, ਉਹ ਸਾਰੀਆਂ ਵਿਦਿਆ ਦੇ ਖਜ਼ਾਨੇ ਹਨ। ਤੇ ਸੈਫਦੀਨ ਪਾਤਸ਼ਾਹ ਨੂੰ ਕਈ ਵਾਰੀ ਕਹਿੰਦਾ ਆਓ ਮਹਾਰਾਜ ਅੱਜ ਚੌਪੜ ਖੇਡੀਏ, ਤੇ ਅੱਗੇ ਚੌਪੜ ਵਿਛਾ ਲੈਂਦਾ ਤੇ ਹਜੂਰ ਦੇ ਨਾਲ ਖੇਡਦਾ ਹੈ। ਖੇਲੇ ਗੁਰ ਸੋਂ ਡਲਨ ਰੜਾਵੇ। ਮਹਾਰਾਜ ਨਾਲ ਚੌਪੜ ਖੇਡਦਾ ਤੇ ਡਾਲੇ ਸੁੱਟਦਾ ਹੈ। ਇੱਕ ਦੋਏ ਜਾਮ ਸਦਨ ਮਹਿ ਰਾਖੈ। ਇੱਕ ਦੋ ਪੈਰ ਆਪਣੇ ਘਰ ਹੀ ਰੱਖਦਾ ਹੈ। ਖੇਲਨ ਹਿਤ ਪੁਨ ਪੁਨ ਮੁਖ ਭਾਖੈ। ਮਹਾਰਾਜ ਹੋਰ ਇੱਕ ਬਾਜੀ ਲਾਈਏ, ਇੱਕ ਹੋਰ ਖੇਡੀਏ, ਬਾਰ-ਬਾਰ ਕਹਿੰਦਾ ਹੈ। ਖਾਨ ਪਾਨ ਕੀ ਸੇਵਾ ਕਰੈ। ਤੇ ਖਾਣ ਪਾਣ ਦੀ ਸੇਵਾ, ਵਧੀਆ ਫਲ ਫਰੂਟ ਰਸਦਾਂ ਬਸਦਾਂ ਲੰਗਰ ਵਾਸਤੇ ਹਾਜ਼ਰ ਕਰਦਾ ਹੈ। ਸਿਵਰ ਵਿਖੈ ਵਸਤੂ ਸਭ ਧਰੈ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਡੇਰੇ ਵਿੱਚ ਸਾਰੀਆਂ ਵਸਤੂਆਂ ਲੰਗਰ ਦੀਆਂ ਸਾਜੋ ਸਮਾਨ ਜੋ ਵੀ ਚਾਹੀਦਾ ਹੈ ਉਹ ਪਹੁੰਚਾਉਂਦਾ ਹੈ। ਘ੍ਰਿਤ ਮਿਸ਼ਟਾਨ ਅੰਨ ਗਨ ਨੀਕੇ। ਬੜਾ ਸੋਹਣਾ ਆਟਾ, ਦਾਲਾਂ, ਘਿਓ, ਖੰਡ, ਸ਼ੱਕਰ, ਗੁੜ ਆਦਿਕ ਜਿਹੜੀਆਂ ਚੀਜ਼ਾਂ ਚਾਹੀਦੀਆਂ ਰਸੋਈ ਵਿੱਚ ਉਹ ਪਹੁੰਚਾਉਂਦਾ ਹੈ। ਅਪਰ ਆਹਾਰ ਜਿਭਾਵਤ ਜੀ ਕੇ। ਹੋਰ ਵੀ ਜਿਹੜੇ ਮਨ ਭਾਉਂਦੇ ਖਾਣੇ ਹਨ, ਚੰਗੇ ਸਵਾਦਿਸ਼ਟ ਭੋਜਨ ਜਿਨ੍ਹਾਂ ਤੋਂ ਬਣ ਜਾਣ, ਉਹ ਪਦਾਰਥ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਪਹੁੰਚਾਉਂਦਾ ਰਹਿੰਦਾ ਹੈ। ਦੁਗਧ ਦਦੀ ਤੇ ਆਦਿਕ ਜੀ। ਬੜਾ ਦੁੱਧ, ਦਹੀਂ, ਘਿਓ ਆਦਿਕ, ਮੱਖਣ ਆਦਿਕ ਪਦਾਰਥ ਵੀ ਗੁਰੂ ਸਾਹਿਬ ਦੇ ਵਾਸਤੇ ਲਿਆਂਦਾ ਹੈ। ਹਿੰਦੁਨ ਤੇ ਪਹੁੰਚਾਵਤ ਤੇਈ। ਜਿਹੜੇ ਲੋਕ ਹਿੰਦੂ ਮਤ ਦੇ ਹਨ ਉਹਨਾਂ ਦੇ ਘਰ ਤੋਂ ਦੁੱਧ ਪੁਰਾਣੇ ਜ਼ਮਾਨੇ 'ਚ ਐਸੀ ਰਿਵਾਜ ਸੀ ਭਾਰਤ ਵਰਸ ਦਾ। ਕਈ ਗੱਲਾਂ ਤੋਂ ਠੀਕ ਵੀ ਸੀ, ਭਾਵੇਂ ਅੱਜ ਦੇ ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਪਰ ਮਰਿਆਦਾ ਜਦੋਂ ਦੀ ਵਿਗੜੀ ਆ ਫਿਰ ਸਾਰਾ ਕੁਝ ਹੀ ਵਿਗੜ ਗਿਆ ਹੈ। ਖਾਣ ਪਾਣ ਦਾ ਬੜਾ ਵੱਡਾ ਅਸਰ ਹੁੰਦਾ ਹੈ। ਜੈਸਾ ਅੰਨ ਵੈਸਾ ਮਨ ਹੁੰਦਾ ਹੈ। ਜਿਸ ਬੰਦੇ ਨਾਲ ਅਸੀਂ ਬਹਿ ਕੇ ਖਾਣ ਪੀਣ ਲੱਗ ਜਾਂਦੇ ਹਾਂ ਉਹਦੇ ਵਾਲੇ ਚੰਗੇ ਮਾੜੇ ਗੁਣ ਵੀ ਅਸੀਂ ਸਿੱਖਦੇ ਹਾਂ। ਇਸ ਕਰਕੇ ਉਸ ਜ਼ਮਾਨੇ ਦੇ ਵਿੱਚ ਜਿਹੜੇ ਮੁਸਲਮਾਨ ਵੀਰ ਸਨ ਉਹਨਾਂ ਦਾ ਖਾਣਾ ਵੱਖਰਾ ਬਣਦਾ ਸੀ, ਜਿਹੜੇ ਹਿੰਦੂ ਧਰਮ ਦੇ ਲੋਕ ਸਨ ਉਹਨਾਂ ਦਾ ਖਾਣਾ ਵੱਖਰਾ ਬਣਦਾ ਸੀ।
ਠੀਕ ਹੈ ਕਿ ਰੂਹਾਨੀਅਤ ਮੰਡਲ ਵਿੱਚ ਕੋਈ ਮਰਜ਼ਾਦਾ ਨਹੀਂ ਹੁੰਦੀ, ਆਤਮਾ ਜਿੱਥੇ ਪਹੁੰਚਦੀ ਉੱਥੇ ਇੱਕੋ ਹੀ ਹੈ, ਪਰ ਜਿੱਥੇ ਸਰੀਰ ਦੀ ਮਰਜ਼ਾਦਾ ਹੈ ਉੱਥੇ ਫਿਰ ਇਸ ਧਰਮ ਦੀ ਮਰਜ਼ਾਦਾ ਰੱਖਣੀ ਪੈਂਦੀ ਹੈ। ਸੋ ਸਤਿਗੁਰਾਂ ਦੇ ਵਾਸਤੇ ਗਊ ਦਾ ਦੁੱਧ ਜਾਂ ਮੱਖਣ ਘਿਓ ਸੁਚਮ ਦੇ ਨਾਲ ਉਹ ਪਚਵਾਉਂਦਾ ਹੈ। ਚਹੀਅਤ ਵਸਤ ਸਿਵਰ ਮਹਿ ਜੋਏ, ਗੁਰੂ ਦੇ ਡੇਰੇ ਵਿੱਚ ਜੋ ਵੀ ਵਸਤੂ ਚਾਹੀਦੀ ਹੁੰਦੀ ਹੈ, ਨਿਜ ਬੁੱਧ ਤੇ ਭੇਜੈ ਤਹ ਸੋਏ। ਆਪਣੀ ਬੁੱਧੀ ਦੇ ਬਲ ਨਾਲ ਸਿਆਣਪ ਨੂੰ ਪਤਾ ਹੁੰਦਾ ਵੀ ਮਹਾਰਾਜ ਨੂੰ ਅੱਜ ਕੀ ਚਾਹੀਦਾ ਹੈ। ਇਹ ਉਹਦੀ ਵਿਵੇਕ ਬੁੱਧੀ ਹੈ ਨਾ, ਉਹਦੀ ਸਮਝ ਆ ਉਹਨੂੰ। ਸਾਡੇ ਘਰ ਕੋਈ ਬੰਦਾ ਆਇਆ ਹੈ, ਉਹਨੇ ਕੀ ਛਕਣਾ ਹੈ, ਕੀ ਕਿਸ ਵੇਲੇ ਉਹਨੇ ਖਾਣਾ ਹੈ, ਕੀ ਉਹਨੂੰ ਚਾਹੀਦਾ, ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ। ਜੇ ਕੋਈ ਘਰ ਆਇਆ ਬੰਦਾ ਬੈਠਾ ਰਹੇ ਭੁੱਖਾ ਭਾਣਾ, ਅਸੀਂ ਬੁਲਾ ਵੀ ਲਈਏ ਸੇਵਾ ਵੀ ਨਾ ਕਰੀਏ ਫਿਰ ਵੀ ਗੱਲ ਨਹੀਂ ਬਣਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੂਰੇ ਧਿਆਨ ਨਾਲ ਆਪ ਹੀ ਪੁੱਛਦਾ, ਨਹੀਂ ਮਹਾਰਾਜ ਨੂੰ ਵੀ ਕੀ ਚਾਹੀਦਾ, ਆਪ ਹੀ ਪਹੁੰਚਾ ਦਿੰਦਾ ਵੀ ਆਹ ਵਸਤੂ ਦੀ ਕਮੀ ਹੈ। ਲਾਂਗਰੀਆਂ ਨੂੰ ਪੁੱਛ ਲੈਂਦਾ ਵੀ ਕੋਈ ਚੀਜ਼ ਘਟੀ ਤਾਂ ਨਹੀਂ, ਜਿਹੜੀ ਚੀਜ਼ ਦੀ ਕਮੀ ਮਹਿਸੂਸ ਹੋਵੇ ਉਹੀ ਰਸਤ ਬਸਤ ਹਾਜ਼ਰ ਕਰ ਦਿੰਦਾ ਹੈ। ਫਲ ਰਸਾਲ ਕੇ ਸਵਾਦਲ ਜੀਤੇ, ਜਿਹੜੇ ਬੜੇ ਸੋਹਣੇ ਮੌਸਮੀ ਫਲ ਹੁੰਦੇ ਹਨ, ਜਿਵੇਂ ਗਰਮੀ ਦੀ ਰੁੱਤ ਵਿੱਚ ਅੰਬਾਂ ਦੇ ਫਲ ਹੁੰਦੇ ਹਨ, ਜਾਮਣੂ ਹੁੰਦੇ ਹਨ, ਬਰਸਾਤ ਵਿੱਚ ਬੀਨ ਬੀਨ ਕਰ ਪਠਵਹਿ ਤੇ ਚੁਣ ਚੁਣ ਕੇ ਸਾਫ਼ ਸੁਥਰੇ ਵਧੀਆ ਫਲ, ਚੰਗੇ ਮਿੱਠੇ ਰਸੀਲੇ ਫਲ ਭੇਜਦਾ ਹੈ। ਦੂਰ ਦੂਰ ਤੇ ਕਰਹਿ ਮੰਗਾਵਨ, ਦੂਰੋਂ ਦੂਰੋਂ ਬਾਗਾਂ ਵਿੱਚੋਂ ਜਿਹੜੇ ਇਲਾਕੇ ਵਿੱਚ ਜਿਹੜਾ ਫਲ ਹੁੰਦਾ ਉੱਥੋਂ ਮੰਗਵਾ ਲੈਂਦਾ ਵੀ ਮਹਾਰਾਜ ਵਾਸਤੇ ਚੰਗੇ ਫਲ ਭੇਜੋ। ਦੇਖ ਦੇਖ ਕਰ ਜੇ ਮਨ ਭਾਵਨ, ਕਹਿੰਦੇ ਵੇਖ ਵੇਖ ਕੇ ਪਹਿਲਾਂ ਆਪ ਦੇਖਦਾ ਵੀ ਕੋਈ ਫਲ ਖਰਾਬ ਤਾਂ ਨਹੀਂ। ਗੁਰੂ ਸਾਹਿਬ ਅੱਗੇ ਭੇਟਾ ਕਰਨਾ, ਸੋਹਣਾ ਫਲ ਹੋਵੇ, ਸਵਾਦਿਸ਼ਟ ਹੋਵੇ, ਚੰਗਾ ਹੋਵੇ, ਉਹੀ ਭੇਟਾ ਕਰਦਾ ਹੈ। ਜਾਮਨ ਫਲ ਆਰੂ ਅਰ ਖਿਰਨੀ, ਕਿਉਂਕਿ ਮੌਸਮ ਜਿਹੜੀ ਹੈ ਉਹ ਜਾਮਣਾ ਦੀ ਹੈ। ਜਾਮਣ ਬੜੇ ਸਾਫ਼ ਸੁਥਰੇ ਧੋ ਕੇ ਵਧੀਆ ਮਹਾਰਾਜ ਨੂੰ ਭੇਟਾ ਕਰਦਾ ਹੈ। ਆੜੂ ਤੇ ਖਿਰਨੀਆਂ ਮੰਗਾ ਕੇ ਭੇਟਾ ਕਰਦਾ ਹੈ। ਜੇ ਲਗਵਾਏ ਰਖੇ ਨਿਜ ਧਰਨੀ, ਜਿਹੜੇ ਨੇ ਆਪਣੇ ਬਾਗ ਵਿੱਚ ਬੂਟੇ ਲਵਾਏ ਹੋਏ ਹਨ ਉਹਨਾਂ ਬੂਟਿਆਂ ਦੇ ਫਲ ਵੀ ਗੁਰੂ ਸਾਹਿਬ ਨੂੰ ਭੇਟਾ ਕਰਦਾ। ਤੇ ਜਿਹੜੇ ਬਾਹਰਲੇ ਇਲਾਕਿਆਂ ਵਿੱਚੋਂ, ਪਹਾੜੀ ਇਲਾਕਿਆਂ ਵਿੱਚੋਂ ਜਾਂ ਹੋਰ ਮੁਲਕਾਂ ਵਿੱਚੋਂ ਫਲ ਹੁੰਦੇ ਨੇ ਉਹ ਵੀ ਦੂਰੋਂ ਦੂਰੋਂ ਮੰਗਵਾ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਛਕਾਉਂਦਾ ਹੈ। ਧਾਰਮ ਦੀਰਗ ਦਾਨੇ ਜੋਏ, ਕਹਿੰਦੇ ਉਹ ਅਨਾਰ ਜਿਨ੍ਹਾਂ ਦੇ ਦਾਣੇ ਮੋਟੇ ਮੋਟੇ ਹੁੰਦੇ ਹਨ। ਅਨਾਰਾਂ ਦੀਆਂ ਕਈ ਕਿਸਮਾਂ ਹੁੰਦੀਆਂ, ਕਈ ਅਨਾਰ ਉਹ ਹੁੰਦੇ ਹਨ ਵੀ ਵਿੱਚ ਦਾਣਾ ਹੀ ਹੁੰਦਾ, ਉੱਤੇ ਰਸ ਕੋਈ ਨਹੀਂ ਹੁੰਦਾ, ਪਰ ਕਈ ਅਨਾਰ ਹੁੰਦੇ ਆ ਬੜੇ ਸੋਹਣੇ ਮੋਟੇ ਮੋਟੇ ਅਨਾਰ ਤੇ ਮੋਟੇ ਮੋਟੇ ਉਹਨਾਂ ਦੇ ਦਾਣੇ ਤੇ ਉਹਨਾਂ 'ਚ ਰਸ ਵੀ ਬੜਾ ਸਵਾਦੀ। ਇਹੋ ਜਿਹੇ ਅਨਾਰ ਭੇਟਾ ਕਰਦਾ ਹੈ। ਕਰ ਕਰ ਪ੍ਰੇਮ ਪਠਾਵੈ ਸੋਈ, ਉਹ ਪ੍ਰੇਮ ਕਰ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਭੇਜਦਾ ਰਹਿੰਦਾ ਹੈ। ਇਤਿਆਦਿਕ ਸੇਵਾ ਕਹੋ ਠਾਨ, ਇਸ ਪ੍ਰਕਾਰ ਦੀ ਉਹ ਸੇਵਾ ਕਰਦਾ ਹੈ। ਜਨਮ ਸੁਧਾਰਿਓ ਆਪਨ ਮਹਾਨ, ਸਾਹਿਬ ਦੀ ਉਹਨੇ ਸੇਵਾ ਕਰਕੇ ਆਪਣਾ ਜਨਮ ਸੁਧਾਰ ਲਿਆ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਜਿਹੜੀ ਮਨੁੱਖਾ ਜਨਮ ਦੀ ਸਾਧ ਸੰਗਤ ਦੀ ਇਹ ਦਾਤ ਮਿਲੀ ਹੈ, ਇਸ ਗੁਰੂ ਦੀ ਸੇਵਾ ਕਰਕੇ ਉਸਨੇ ਸਫਲੀ ਕਰ ਲਈ ਹੈ। ਦੇਹ ਤੁਰੰਗਨ ਕੋ ਤ੍ਰਿਣ ਦਾਣਾ, ਜਿਹੜੇ ਗੁਰੂ ਸਾਹਿਬ ਦੇ ਨਾਲ ਘੋੜੇ ਹਨ ਉਹਨਾਂ ਘੋੜਿਆਂ ਵਾਸਤੇ ਘਾਹ ਪੱਠੇ ਦਾ ਤੇ ਦਾਣੇ ਦਾ ਬੰਦੋਬਸਤ ਵਧੀਆ ਕਿਸਮ ਦਾ ਕਰਦਾ ਹੈ। ਭਈ ਪੋਸਟ ਠਾਡੇ ਤਿਸ ਥਾਨਾ, ਇੱਥੇ ਰਹਿ ਕੇ ਘੋੜੇ 2 ਮਹੀਨਿਆਂ ਵਿੱਚ ਚੰਗੇ ਤਗੜੇ ਹੋ ਗਏ, ਕਿਉਂਕਿ ਘੋੜਿਆਂ ਦੀ ਖੇਚਲ ਹੁਣ ਘਟੀ ਹੋਈ ਹੈ, ਮਹਾਰਾਜ ਸਫ਼ਰ ਨਹੀਂ ਕਰ ਰਹੇ। ਇੱਥੇ ਰਹਿ ਕੇ ਚੰਗੀ ਨਿਹਾਰੀ ਖਾ ਕੇ, ਚੰਗੀ ਖੁਰਾਕ ਖਾ ਕੇ ਘੋੜੇ ਤਗੜੇ ਹੋ ਗਏ ਹਨ। ਇਮ ਸਾਵਨ ਭਾਦੋਂ ਦੋਏ ਮਾਸ, ਇਸ ਤਰ੍ਹਾਂ ਸਾਧ ਸੰਗਤ ਜੀ ਸਾਵਣ ਤੇ ਭਾਦੋਂ ਦੇ 2 ਮਹੀਨੇ ਬਹਾਦਰਗੜ੍ਹ ਦੇ ਬਾਗ ਵਿੱਚ ਪਟਿਆਲੇ ਦੇ ਲਾਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਠਹਿਰੇ ਹਨ। ਕਰੇ ਬਿਤਾਵਨ ਸਤਿਗੁਰ ਪਾਸ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸਹਿਬਦੀਨ ਨੇ 2 ਮਹੀਨੇ ਬਹੁਤ ਸੇਵਾ ਕੀਤੀ ਹੈ।
ਮਾਸ ਅਸਾਉਜ ਆਏ ਪੁਨ ਸੋ ਗਇਓ ਜਦੋਂ ਭਾਦੋਂ ਦਾ ਮਹੀਨਾ ਬੀਤਿਆ ਤੇ ਅਸੂ ਦਾ ਮਹੀਨਾ ਚੜਿਆ ਹੈ। ਅਬ ਰੰਗ ਇੱਕ ਦਿਨ ਬੈਠਤ ਭਇਓ ਉਧਰ ਦਿੱਲੀ ਦੀ ਗੱਲ ਸੁਣੋ। ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਲੱਗੀ ਹੈ। ਚਲਿਓ ਪ੍ਰਸੰਗ ਗੁਰੂ ਕੋ ਤਹਾਂ ਉੱਥੇ ਫਿਰ ਬਾਦਸ਼ਾਹ ਔਰੰਗਜ਼ੇਬ ਨੂੰ ਕਾਜ਼ੀਆਂ ਮੁਲਾਣਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦਿਵਾ ਦਿੱਤੀ। ਕਹਿਣ ਲੱਗੇ ਬਾਦਸ਼ਾਹ ਸਲਾਮਤ 2 ਮਹੀਨੇ 3 ਹੋ ਗਏ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਅਸੀਂ ਦਿੱਲੀ ਆਵਾਂਗੇ, ਉਹ ਆਏ ਨਹੀਂ ਅਜੇ ਤੱਕ। ਅਬ ਲਓ ਨਹਿ ਆਈ ਰਹਿ ਕਹਾਂ ਕਿੱਥੇ ਰਹਿ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਅਜੇ ਤੱਕ ਆਏ ਨਹੀਂ। ਉਹ ਕਹਿੰਦੇ ਸੀ ਅਸੀਂ ਆਵਾਂਗੇ, ਦਿੱਲੀ ਤਸ਼ਰੀਫ ਲਿਆਵਾਂਗੇ, ਪਰ ਉਹ ਦਿੱਲੀ ਨਹੀਂ ਆਏ। ਪੁਨ ਅਹਦੀ ਦੁਇ ਕੀਨੇ ਤਿਆਰੀ ਔਰੰਗਜ਼ੇਬ ਕਹਿਣ ਲੱਗਾ ਹਾਂ ਉਹਨਾਂ ਨੂੰ ਬੁਲਾਓ। 2 ਐਦੀਆਂ ਨੂੰ ਫਿਰ ਤਿਆਰ ਕੀਤਾ ਹੈ। ਕਰਤਾ ਗੀਤ ਵਿਸਾਦ ਉਚਾਰੀ ਤੇ ਐਤਕੀ ਉਹਨਾਂ ਐਦੀਆਂ ਨੂੰ ਸਖਤੀ ਦੇ ਨਾਲ ਹੁਕਮ ਦਿੱਤਾ ਹੈ। ਆਪਣੇ ਸੰਗ ਜਾਏ ਕਰ ਆਨੋ ਐਦੀਆਂ ਨੂੰ ਔਰੰਗਾ ਕਹਿਣ ਲੱਗਾ ਤੁਸੀਂ ਜਾਣਾ ਹੈ ਤੇ ਗੁਰੂ ਤੇਗ ਬਹਾਦਰ ਜੀ ਨੂੰ ਨਾਲ ਲੈ ਕੇ ਆਉਣਾ ਹੈ। ਅਪਰ ਫਰੇਬ ਕਰਹਿ ਨਹਿ ਮਾਨੋ ਉਹ ਜਿੰਨਾ ਮਰਜ਼ੀ ਕੋਈ ਬਹਾਨਾ ਕਰਨ ਵੀ ਅਸੀਂ ਆ ਜਾਵਾਂਗੇ, ਫੇਰ ਆਵਾਂਗੇ, ਲੇਟ ਆਵਾਂਗੇ, ਉਹਨਾਂ ਦੀ ਇੱਕ ਨਹੀਂ ਸੁਣਨੀ, ਉਹਨਾਂ ਨੂੰ ਨਾਲ ਲੈ ਕੇ ਹੀ ਆਉਣਾ ਹੈ। 3 ਬਿਨ ਅਟਕ ਰਹਿਓ ਬਟ ਕਾਜਾ ਗੁਰੂ ਤੇਗ ਬਹਾਦਰ ਸਾਹਿਬ ਜਿੰਨੀ ਦੇਰੀ ਕਰ ਰਿਹਾ, ਦਰਵਾਜ਼ਾ ਹੈ ਹਿੰਦੂਆਂ ਦਾ ਜਿਹੜਾ ਅਜੇ ਬੰਦ ਹੈ। ਜੇ ਕਿਤੇ ਉਹ ਦਰਵਾਜ਼ਾ ਖੁੱਲ ਗਿਆ ਤੇ ਅਸੀਂ ਹਿੰਦੂਆਂ ਦੇ ਘਰ ਵੜ ਜਾਵਾਂਗੇ। ਆਪਣੀ ਅਜ਼ਮਤ ਮੋਹੇ ਦਿਖਾਵੈ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਾਂ 2-3 ਸ਼ਰਤਾਂ ਰੱਖਣੀਆਂ ਨੇ। ਜਾਂ ਤਾਂ ਉਹ ਆਪਣੀ ਕਰਾਮਾਤ, ਆਪਣੀ ਸ਼ਕਤੀ ਦਿਖਾ ਦੇਣ ਤੇ ਜਾਂ ਫਿਰ ਉਹ ਇਸਲਾਮ ਨੂੰ ਕਬੂਲ ਕਰ ਲੈਣ। ਨਾ ਤੁਰ ਸ਼ਰਾ ਬੀਚ ਅਬ ਆਵੈ ਨਹੀਂ ਤਾਂ ਉਹ ਸ਼ਰਾ ਦੇ ਵਿੱਚ ਆ ਜਾਣ, ਮੁਸਲਮਾਨ ਬਣ ਜਾਣ। ਅਨਹੁ ਸਾਥ ਨ ਤਜ ਕਰ ਫਿਰੋ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਾਲ ਲੈ ਕੇ ਆਓ। ਐਤਕੀ ਉਹਨਾਂ ਨੂੰ ਛੱਡ ਕੇ ਨਹੀਂ ਆਉਣਾ। ਅੱਗੇ ਤਾਂ ਤੁਸੀਂ ਉਹਨਾਂ ਨੂੰ ਕਹਿ ਕੇ ਆ ਗਏ ਸੀ ਵੀ ਆ ਜਾਇਆ ਜੇ। ਐਤਕੀ ਉਹਨਾਂ ਦਾ ਕੋਈ ਬਹਾਨਾ ਨਹੀਂ ਸੁਣਨਾ। ਉਹਨਾਂ ਨੂੰ ਕਹਿਣਾ ਵੀ ਸਾਡੇ ਨਾਲ ਚੱਲੋ, ਬਾਦਸ਼ਾਹ ਸਲਾਮਤ ਤੁਹਾਨੂੰ ਇਸੇ ਵੇਲੇ ਬੁਲਾ ਰਹੇ ਨੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਲੈ ਕੇ ਆਓ। ਖਬਰ ਪਠੋ ਤਿਨ ਕੇ ਦਰ ਪਰ ਹੋ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੇ ਬੂਹੇ ਅੱਗੇ ਬਹਿ ਜਾਓ। ਤੁਸੀਂ ਨਹੀਂ ਆਉਣਾ, ਤੁਸੀਂ ਆਨੰਦਪੁਰ ਹੀ ਰਹਿਣਾ। ਜੇ ਉਹ ਜਿੰਨਾ ਚਿਰ ਕਹਿਣ ਵੀ 2 ਦਿਨ 4 ਦਿਨ ਹਫਤਾ, ਤਾਂ ਤੁਸੀਂ ਉੱਥੇ ਬੂਹੇ ਅੱਗੇ ਬੈਠੇ ਰਹਿਣਾ। ਤੁਸੀਂ ਉਹਨਾਂ ਨੂੰ ਕਹਿਣਾ ਵੀ ਸਾਡੇ ਨਾਲ ਚੱਲੋਗੇ ਤੇ ਅਸੀਂ ਜਾਵਾਂਗੇ। ਤੇ ਇੱਥੇ ਸਾਡੇ ਕੋਲ ਖਬਰ ਭੇਜਦੇ ਰਹਿਣਾ ਵੀ ਉਹਨਾਂ ਨੇ ਕੀ ਆਖਿਆ ਹੈ। ਸੁਨਤਾ ਗੀਤ ਸ਼ਾਹੋ ਤੇ ਜੋਰ ਔਰੰਗਜ਼ੇਬ ਬਾਦਸ਼ਾਹ ਦੀ ਇਹ ਜ਼ੋਰਦਾਰ ਤਾਗੀਦ ਸੁਣ ਕੇ, ਸਖਤ ਹੁਕਮ ਸੁਣ ਕੇ ਅਹਦੀ ਚਲੇ ਆਨੰਦਪੁਰ ਔਰ ਸਾਧ ਸੰਗਤ ਜੀ ਇਹਦੀ 2 ਤਿਆਰ ਹੋਏ ਦਿੱਲੀ ਤੋਂ, ਮੰਜਿਆਂ ਤੇ ਬੈਠੇ ਹਨ। ਤੇ ਉਹਨਾਂ ਨੂੰ ਮੰਜਿਆਂ ਨੂੰ ਇੱਕ ਪਿੰਡ ਵਾਲੇ ਚੁੱਕ ਕੇ ਦੂਜੇ ਪਿੰਡ ਛੱਡ ਕੇ ਆਉਂਦੇ ਸੀ। ਕੱਲ ਵੀ ਆਪਾਂ ਕਥਾ ਸੁਣੀ ਸੀ। ਐਦੀਆਂ ਦੇ ਆਉਣ ਦਾ ਦਸਤੂਰ ਇਹ ਸੀ ਕਿ ਇੱਕ ਪਿੰਡ ਦੇ ਬੰਦੇ ਐਦੀਆਂ ਦਾ ਮੰਜਾ ਚੁੱਕਦੇ ਸੀ, ਅਗਲੇ ਪਿੰਡ ਛੱਡ ਆਉਂਦੇ ਸੀ। ਅਗਲੇ ਪਿੰਡ ਦੇ ਨੰਬਰਦਾਰ ਦੀ ਜਾਂ ਚੌਧਰੀ ਦੀ ਜ਼ਿੰਮੇਵਾਰੀ ਹੁੰਦੀ ਸੀ ਵੀ 4 ਬੰਦੇ ਤਿਆਰ ਰੱਖਣੇ ਆ, ਉਹ ਮੰਜਾ ਚੱਕ ਕੇ ਫਿਰ ਅਗਲੇ ਪਿੰਡ ਛੱਡ ਕੇ ਆਉਣਗੇ। ਮੰਜੇ ਤੇ ਬੈਠੇ ਸਫ਼ਰ ਕਰਦੇ ਸੀ ਐਦੀ। ਉਹਦਾ ਮਤਲਬ ਇਹ ਹੁੰਦਾ ਸੀ ਵੀ ਬਾਦਸ਼ਾਹ ਦਾ ਬੈਠੇ ਬਿਠਾਏ ਹੁਕਮ ਚੱਲਦਾ। ਉਹ ਇਸ ਗੱਲ ਦਾ ਪ੍ਰਤੀਕ ਦਿੰਦੇ ਸੀ। ਸੋ ਐਦੀ ਦਿੱਲੀ ਤੋਂ ਰਵਾਨਾ ਹੋਏ ਨੇ। ਛੜ ਖਾਟਨ ਪਰ ਕਾੜ ਬਿਗਾਰੀ ਇਹ ਮੰਜਿਆਂ ਤੇ ਬੈਠ ਕੇ ਤੇ ਬਿਗਾਰੀਆਂ ਨੂੰ ਫੜ ਲਿਆ। ਬਿਗਾਰੀ ਉਹਨਾਂ ਲੋਕਾਂ ਨੂੰ ਕਹਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ, ਉਹਨਾਂ ਨੂੰ ਵਿਗਾਰ 'ਚ ਫੜ ਕੇ ਉਹਨਾਂ ਵਿਗਾਰੀਆਂ ਦੇ ਸਿਰ ਦੇ ਉੱਤੇ ਮੰਜਾ ਚੁਕਵਾਉਂਦੇ ਸੀ। ਸੀਸ ਉਠਾਏ ਜਾਹੇ ਅਗਾਰੀ ਸਿਰ ਦੇ ਉੱਤੇ ਮੰਜਾ ਚੁੱਕ ਕੇ ਤੁਰੇ ਜਾਂਦੇ ਹਨ। ਗ੍ਰਾਮ ਗ੍ਰਾਮ ਮੈਂ ਹੁਕਮ ਕਰਨ ਤੇ ਪਿੰਡ ਪਿੰਡ ਦੇ ਵਿੱਚ ਹੁਕਮ ਚੱਲਦਾ ਹੈ। ਬਾਦਸ਼ਾਹ ਦੇ ਐਤੀ ਨੇ ਸਾਹਮਣੇ ਕੋਈ ਖੰਘ ਵੀ ਨਹੀਂ ਸਕਦਾ, ਕੋਈ ਨਾ ਨੁੱਕਰ ਨਹੀਂ ਕਰ ਸਕਦਾ ਵੀ ਮੈਂ ਤੁਹਾਡਾ ਮੰਜਾ ਨਹੀਂ ਚੁੱਕਣਾ। ਖਾਨ ਪਾਨ ਤਿਨ ਲੈ ਗਮਨੰਤੇ ਪਿੰਡਾਂ ਵਿੱਚੋਂ ਜੋ ਜੀ ਕਰੇ ਚੁੱਕ ਲੈਂਦੇ ਨੇ ਖਾਣ ਪੀਣ ਨੂੰ। ਜਿਹਨੂੰ ਕਹਿਣ ਜਿੱਥੇ ਰਾਤ ਰਹਿਣਾ ਉਹਨੂੰ ਕਹਿਣਾ ਲਿਆ ਵੀ ਤੂੰ ਮੁਰਗਾ ਬਣਾ, ਤੂੰ ਮੇਰੇ ਵਾਸਤੇ ਆਹ ਖਾਣਾ ਵਧੀਆ ਤਿਆਰ ਕਰ। ਭਾਵੇਂ ਕੋਈ ਗਰੀਬ ਹੋਵੇ ਅਮੀਰ ਹੋਵੇ ਉਹ ਲਿਹਾਜ਼ ਨਹੀਂ ਕਰਦੇ।
ਤੇ ਪਿੰਡਾਂ ਵਾਲੇ ਫਿਰ ਉਹਨਾਂ ਨੂੰ ਉਦਾਂ ਦਾ ਖਾਣਾ ਮਜਬੂਰੀ ਨਾਲ ਖਵਾਉਂਦੇ ਨੇ। ਮਗ ਉਲੰਘ ਕਰ ਸਗਰੇ ਗਏ। ਇਸ ਤਰ੍ਹਾਂ ਦਿੱਲੀ ਤੋਂ ਇਹ ਤੁਰਦੇ ਹੋਏ ਸਾਰਾ ਪੈਂਡਾ ਤੈਅ ਕਰਕੇ ਜਾਏ ਪ੍ਰਵੇਸ਼ ਆਨੰਦਪੁਰ ਭਈ। ਸ੍ਰੀ ਆਨੰਦਪੁਰ ਸਾਹਿਬ ਆਪ ਪ੍ਰਵੇਸ਼ ਕੀਤਾ ਹੈ। ਬੂਝੀ ਸੁਧ ਗੁਰ ਤਾਹਾਂ ਨ ਪਾਏ। ਔਰ ਸ੍ਰੀ ਆਨੰਦਪੁਰ ਸਾਹਿਬ ਜਦੋਂ ਆ ਕੇ ਐਦੀਆਂ ਨੇ ਪਤਾ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿੱਥੇ ਹਨ, ਸਿੱਖਾਂ ਨੇ ਆਖਿਆ ਉਹ ਤਾਂ 2-3 ਮਹੀਨੇ ਹੋ ਗਏ ਇੱਥੋਂ ਚਲੇ ਗਏ ਹਨ। ਕਹਾਂ ਅਹੈ ਕੋ ਨਹੀਂ ਬਤਾਏ। ਪੁੱਛਿਆ ਉਹ ਕਿੱਥੇ ਹਨ, ਕਿੱਥੇ ਗਏ ਹਨ, ਸਿੱਖਾਂ ਨੇ ਕੁਝ ਨਹੀਂ ਦੱਸਿਆ, ਕਿਉਂਕਿ ਸਿੱਖਾਂ ਨੂੰ ਬਹੁਤਾ ਪਤਾ ਵੀ ਨਹੀਂ ਸੀ। ਅੱਜ ਕੱਲ੍ਹ ਵਰਗਾ ਮੀਡੀਆ ਤਾਂ ਹੈ ਨਹੀਂ ਸੀ, ਮਿੰਟ ਮਿੰਟ ਦੀ ਖਬਰ ਕਿੱਥੇ ਕੋਈ ਬੈਠਾ ਹੈ, ਕੀ ਕਰ ਰਿਹਾ। ਉਦੋਂ ਤੇ ਸਾਧ ਸੰਗਤ ਦੀ ਚਿੱਠੀ ਪੱਤਰ ਨਾਲ ਹੀ ਪਤਾ ਲੱਗਦਾ ਸੀ। ਤੇ ਸਤਿਗੁਰੂ ਜੀ ਨੇ ਆਪਣੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਮਸੰਦਾਂ ਨੂੰ ਵੱਖਰੇ ਵੱਖਰੇ ਇਲਾਕਿਆਂ 'ਚ ਆਪਣੇ ਆਪਣੇ ਇਲਾਕਿਆਂ 'ਚ ਭੇਜ ਦਿੱਤਾ ਸੀ। ਸੰਗਤ ਨੂੰ ਕਿਹਾ ਸੀ ਭਾਈ ਹੁਣ ਤੁਸੀਂ ਆਪੋ ਆਪਣੇ ਟਿਕਾਣਿਆਂ ਤੇ ਟਿਕ ਜਾਓ, ਅਸੀਂ ਕੋਈ ਖੇਡ ਖੇਡਣੀ ਹੈ, ਉਹ ਜਦੋਂ ਖੇਡੀ ਜਾਏਗੀ ਤੁਹਾਨੂੰ ਪਤਾ ਲੱਗ ਜਾਏਗਾ। ਸੱਚੇ ਪਾਤਸ਼ਾਹ ਮਹਾਰਾਜ 5 ਸਿੱਖਾਂ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਊਦਾ, ਭਾਈ ਨਾਨੂ ਨੂੰ ਲੈ ਕੇ ਜਾਂ ਭਾਈ ਗੁਰਦਿੱਤਾ ਜੀ ਇਹਨਾਂ ਨੂੰ ਲੈ ਕੇ ਤੁਰੇ ਸਨ। ਤੇ ਇੱਥੇ ਹੁਣ ਬਹਾਦਰਗੜ੍ਹ ਪਟਿਆਲੇ ਦੇ ਲਾਗੇ ਬੈਠੇ ਨੇ। ਆਨੰਦਪੁਰ ਵਾਲਿਆਂ ਨੂੰ ਕੋਈ ਪਤਾ ਨਹੀਂ। ਭਈ ਸਚਿੰਤ ਕਹਾਂ ਅਬ ਕਰੈ। ਐਦੀਏ ਬੜੇ ਹੈਰਾਨ ਹੋਏ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਪਤਾ ਹੀ ਕੋਈ ਨਹੀਂ ਕਿੱਥੇ ਹਨ। ਉਹ ਐਦੀਏ ਬੜੇ ਚਿੰਤਾ 'ਚ ਪੈ ਗਏ, ਹੁਣ ਕੀ ਕਰੀਏ। ਗੁਰ ਕੀ ਸੁਧ ਨਹਿ ਸ਼ਰਵਣੀ ਪਰ। ਗੁਰੂ ਸਾਹਿਬ ਦੀ ਕੋਈ ਖਬਰ ਨਹੀਂ ਮਿਲ ਰਹੀ, ਗੁਰੂ ਸਾਹਿਬ ਕਿੱਥੇ ਗਏ ਹਨ। ਕੇਤਕ ਦਿਨ ਰਹਿ ਬਹੁਰ ਭਿਆਨੇ। ਸੋ ਉਹ ਐਦੀਏ 2-4 ਦਿਨ ਆਨੰਦਪੁਰ ਸਾਹਿਬ ਰਹੇ, ਇਧਰੋਂ ਉਧਰੋਂ ਪੁੱਛਦੇ ਗਿੱਛਦੇ ਆਪਣੇ ਵੱਲੋਂ ਉਹਨਾਂ ਨੇ ਬੜੀ ਖੋਜਬੀਨ ਕੀਤੀ। ਜਦੋਂ ਛਾਣਬੀਣ ਕਰਕੇ ਪੂਰੀ ਉਹਨਾਂ ਨੇ ਇਨਕੁਆਰੀ ਕਰਕੇ ਵੇਖਿਆ, ਪਤਾ ਨਾ ਚੱਲਿਆ, ਵਾਪਸ ਦਿੱਲੀ ਨੂੰ ਚਲੇ ਗਏ। ਹੋਏ ਸੁਧਾਸੁਰ ਅਸਮਨ ਜਾਣੇ। ਹਾਂ, ਇਹ ਜਾਣ ਕੇ ਵੀ ਅੰਮ੍ਰਿਤਸਰ ਨਾ ਗਏ ਹੋਣ, ਕਿਉਂਕਿ ਸਿੱਖਾਂ ਦੇ ਕੇਂਦਰੀ ਸਥਾਨ ਸ੍ਰੀ ਅੰਮ੍ਰਿਤਸਰ ਜੀ ਦਰਬਾਰ ਸਾਹਿਬ। ਹੋ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਮਾਝੇ ਵੱਲ ਅੰਮ੍ਰਿਤਸਰ ਵੱਲ ਗਏ ਹੋਣ। ਸਤੁਦਰ ਵਪਾਰ ਉਲੰਘ ਤਬ ਚਾਲੇ। ਸੋ ਵਾਪਸ ਜਾਣ ਤੋਂ ਪਹਿਲਾਂ ਪਤਾ ਕਰ ਲਈਏ ਮਾਝੇ ਵਿੱਚ ਨਾ ਹੋਣ ਗੁਰੂ ਸਾਹਿਬ। ਸੋ ਦਿੱਲੀ ਜਾਣ ਤੋਂ ਪਹਿਲਾਂ ਇਹ ਐਦੀਏ ਉਧਰ ਅੰਮ੍ਰਿਤਸਰ ਵੱਲ ਚਲੇ ਗਏ। ਦੁਆਬੇ ਦੇਸ਼ ਦੇਖ ਕਰ ਭਾਲੇ। ਦੁਆਬੇ ਦੇਸ਼ ਵਿੱਚ ਵੀ ਸੂਹ ਲੈਂਦੇ ਫਿਰਦੇ ਨੇ। CID ਤੋਰ ਦਿੱਤੀ ਹੈ ਪਿੰਡਾਂ ਦੇ ਵਿੱਚ ਵੀ ਦੁਆਬੇ ਦੇ ਸ਼ਹਿਰਾਂ ਵਿੱਚ ਹੁਸ਼ਿਆਰਪੁਰ, ਜਲੰਧਰ, ਇਹਨਾਂ ਸ਼ਹਿਰਾਂ ਜਾਂ ਪਿੰਡਾਂ 'ਚ ਕਿਤੇ ਗੁਰੂ ਸਾਹਿਬ ਨਾ ਟਿਕੇ ਹੋਣ। ਬਹੁਰ ਵਿਪਾਸਾ ਉਤਰੇ ਪਾਰ। ਜਦੋਂ ਦੁਆਬੇ 'ਚੋਂ ਕੋਈ ਖਬਰ ਨਾ ਮਿਲੀ ਤੇ ਐਦੀਏ ਬਿਆਸ ਦਰਿਆ ਪਾਰ ਕਰਕੇ ਮਾਝੇ 'ਚ ਵੜ ਗਏ। ਖੋਜਹਿ ਜਹ ਕਹਿ ਨਰਨ ਉਚਾਰ। ਮਾਝੇ ਦੇ ਇਲਾਕੇ 'ਚ ਸਰਕਾਰੀ ਬੰਦਿਆਂ ਨੂੰ, ਚੌਧਰੀਆਂ ਨੂੰ ਸੱਦ ਕੇ ਕਹਿੰਦੇ ਆ ਵੀ ਹਿੰਦੂਆਂ ਦਾ ਗੁਰੂ ਸਾਨੂੰ ਚਾਹੀਦਾ ਹੈ, ਜਿੱਥੇ ਵੀ ਉਹਦਾ ਪਤਾ ਲੱਗੇ ਸਾਨੂੰ ਦੱਸੋ। ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ। ਆਪ ਇਹ ਸ੍ਰੀ ਅੰਮ੍ਰਿਤਸਰ ਪਹੁੰਚੇ ਹਨ। ਇਕੱਠੇ ਕਰਮ ਸੰਦ ਸਮੁਦਾਏ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਸੇਵਾਦਾਰ ਮਸੰਦ ਸਨ, ਬਾਬਾ ਪ੍ਰਿਥੀ ਚੰਦ ਜੀ ਦੀ ਅੰਸ-ਬੰਸ ਵਿੱਚੋਂ ਸੋਢੀ ਸਨ ਹਰਜੀ ਚਤੁਰਭੁਜ, ਉਹਨਾਂ ਨੂੰ ਕੋਲ ਬਿਠਾ ਕੇ ਕਿਹਾ ਹੈ ਪੂਜਨ ਕਰੀ ਗੁਰੂ ਕੀ ਗਾਥ। ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੇ ਤੁਹਾਨੂੰ ਕੋਈ ਪਤਾ ਹੈ ਤਾਂ ਸਾਨੂੰ ਦੱਸੋ। ਅਬ ਕਿਸ ਥਲ ਮਹਿ ਤੁਮਰੋ ਨਾਥ। ਤੁਹਾਡਾ ਗੁਰੂ ਇਸ ਵੇਲੇ ਕਿੱਥੇ ਹੈ? ਤੁਸੀਂ ਗੁਰੂ ਘਰ ਦੇ ਜ਼ਿੰਮੇਵਾਰ ਹੋ, ਹਰਿਮੰਦਰ ਸਾਹਿਬ ਦੇ ਪੁਜਾਰੀ ਗ੍ਰੰਥੀ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਤੁਹਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਵੇਲੇ ਕਿੱਥੇ ਹਨ। ਜੋ ਤੁਮ ਕਰਹੁ ਦੁਰਾਵਨ ਤਿਨੈ। ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜਾਂ ਤੁਸੀਂ ਉਹਨਾਂ ਨੂੰ ਲੁਕਾਉਣ ਦੇ ਵਿੱਚ ਉਹਨਾਂ ਦੀ ਮਦਦ ਕਰੋਗੇ, ਸ਼ਾਹੋ ਸਜ਼ਾਏ ਦੇਹ ਗੋ ਕਨੈ। ਤਾਂ ਤੁਹਾਨੂੰ ਬਾਦਸ਼ਾਹ ਔਰੰਗਜ਼ੇਬ ਬੜੀ ਸਖਤ ਸਜ਼ਾ ਦੇਵੇਗਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪਨਾਹ ਦੇਣ ਵਾਲਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਲੁਕਾਉਣ ਵਾਲਾ ਵੀ
ਸਰਕਾਰ ਦਾ ਦੁਸ਼ਮਣ ਸਮਝਿਆ ਜਾਵੇਗਾ। ਸਦਨ ਖਸੋਟਹਿ ਵਹਿਰ ਨਿਕਾਰ ਤੁਹਾਡਾ ਹੈ। ਘਰ-ਬਾਰ ਲੁੱਟ ਲਿਆ ਜਾਵੇਗਾ ਤੇ ਤੁਹਾਡੇ ਬਾਲ ਬੱਚਿਆਂ ਨੂੰ ਵੀ ਸਖਤ ਸਜ਼ਾਵਾਂ ਮਿਲਣਗੀਆਂ ਤੇ ਤੁਹਾਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇਗਾ। ਬੰਦ ਕੈਦ ਕਰ ਤੁਮ ਕਹੁ ਮਾਰ ਹੈ। ਬਾਦਸ਼ਾਹ ਸਲਾਮਤ ਤੁਹਾਨੂੰ ਹਰਿਮੰਦਰ ਸਾਹਿਬ ਦੇ ਗ੍ਰੰਥੀਆਂ ਪੁਜਾਰੀਆਂ ਨੂੰ ਜੇਲ੍ਹ 'ਚ ਸੁੱਟ ਦੇਵੇਗਾ ਜਾਂ ਮੌਤ ਦੀ ਸਜ਼ਾ ਦੇ ਦੇਵੇਗਾ। ਸੁਨ ਮਸੰਦ ਪਾਇਓ ਬੜ ਤਰਾਸਾ। ਹਰਿਮੰਦਰ ਸਾਹਿਬ ਦੇ ਪੁਜਾਰੀ ਮਸੰਦ ਵਿਚਾਰੇ ਡਰ ਗਏ। ਉਹਨਾਂ ਦਾ ਤਾਂ ਸਾਹ ਸੁੱਕ ਗਿਆ ਜਦੋਂ ਇਹ ਧਮਕੀ ਸੁਣੀ ਉਹਨਾਂ ਨੇ। ਕਹਿਓ ਦੇਖ ਲਿਓ ਸਕਲ ਅਵਾਸਾ। ਉਹ ਕਹਿਣ ਲੱਗੇ ਇਹਦੀਆਂ ਨੂੰ ਹੱਥ ਜੋੜ ਕੇ, ਜੀ ਸਾਡੇ ਘਰਾਂ ਦੀ ਤਲਾਸ਼ੀ ਲੈ ਲਓ, ਹਰਿਮੰਦਰ ਸਾਹਿਬ ਦੇਖ ਲਓ, ਆਲੇ ਦੁਆਲੇ ਸਾਰਾ ਸ਼ਹਿਰ ਵੇਖ ਲਵੋ। ਕਹਿ ਕੂਰ ਨਹਿ ਦੋਸ਼ ਲਗਾਵੋ। ਤੁਹਾਨੂੰ ਕਿਸੇ ਨੇ ਝੂਠੀ ਖਬਰ ਦਿੱਤੀ ਹੈ। ਗੁਰੂ ਤੇਗ ਬਹਾਦਰ ਨਾਲ ਸਾਡਾ ਕੋਈ ਨਾਤਾ ਨਹੀਂ ਹੈ, ਕਿਉਂਕਿ ਇਹਨਾਂ ਮਸੰਦਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਏ ਸੀ ਦਰਬਾਰ ਸਾਹਿਬ। ਤਾਂ ਉਹ ਕਹਿੰਦੇ ਆ ਵੀ ਸਾਡੇ ਤੇ ਤੁਹਾਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ, ਐਵੇਂ ਝੂਠਾ ਦੋਸ਼ ਨਾ ਸਾਡੇ ਸਿਰ ਮੜੋ, ਅਸੀਂ ਗੁਰੂ ਨਾਲ ਕੋਈ ਵਾਹ ਵਾਸਤਾ ਨਹੀਂ ਰੱਖਦੇ। ਹਮ ਗਰੀਬ ਸਗਰੇ ਲਖ ਪਾਵੋ। ਅਸੀਂ ਗਰੀਬ ਲੋਕ ਹਾਂ, ਇਹ ਗੁਰੂ ਰਾਮਦਾਸ ਦਾ ਦਰਬਾਰ ਹੈ, ਅਸੀਂ ਇਹਦੀ ਸੇਵਾ ਕਰਦੇ ਹਾਂ, ਸਾਡਾ ਇਹੋ ਜਿਹੀ ਕਿਸੇ ਗੱਲ ਨਾਲ ਕੋਈ ਸੰਬੰਧ ਨਹੀਂ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਪਨਾਹ ਦੇਾਂਗੇ। ਇਮ ਨਿਰਣੈ ਕਰ ਕਹਿ ਦੀਨ। ਜਦੋਂ ਇਹਦੀਆਂ ਨੇ ਵੇਖਿਆ ਵੀ ਇਹ ਸੱਚ ਬੋਲਦੇ ਨੇ, ਇਹਨਾਂ ਨੂੰ ਕੋਈ ਪਤਾ ਨਹੀਂ, ਉਹਨਾਂ ਨੇ ਆਲੇ ਦੁਆਲੇ ਵੀ ਪਤਾ ਕੀਤਾ, ਗੁਰੂ ਤੇਗ ਬਹਾਦਰ ਮਾਝੇ 'ਚ ਨਹੀਂ ਆਏ, ਉਹਨਾਂ ਦਾ ਇਸ ਪਾਸੇ ਕਿਸੇ ਨੂੰ ਵੀ ਕੋਈ ਪਤਾ ਨਹੀਂ ਹੈ। ਤਾਂ ਇਹਦੀਆਂ ਨੂੰ ਵਿਸ਼ਵਾਸ ਹੋ ਗਿਆ ਕਿ ਗੁਰੂ ਤੇਗ ਬਹਾਦਰ ਨਾ ਦੁਆਬੇ ਵਿੱਚ ਹਨ ਤੇ ਨਾ ਹੀ ਮਾਝੇ ਵਿੱਚ ਗਏ ਹਨ। ਸ਼ਾਹੋ ਨਿਕਟ ਸੁਧ ਲਿਖ ਪਠ ਦੀਨ। ਅੰਮ੍ਰਿਤਸਰ ਤੋਂ ਹੀ ਰਿਪੋਰਟ ਤਿਆਰ ਕਰਕੇ ਉਹਨਾਂ ਐਦੀਆਂ ਨੇ ਦਿੱਲੀ ਬਾਦਸ਼ਾਹ ਕੋਲ ਭੇਜ ਦਿੱਤੀ ਬਈ ਦੋ ਦੇਸ਼ਾਂ ਵਿੱਚ ਅਸੀਂ ਦੇਖਿਆ, ਦੁਆਬੇ ਔਰ ਮਾਝੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਕਿਤਹੁ ਨ ਪਾਵਤ ਖੋਜਤ ਹਾਰੇ। ਅਸੀਂ ਲੱਭ ਥੱਕੇ ਹਾਂ, ਹਾਰ ਗਏ ਹਾਂ। ਅੰਮ੍ਰਿਤਸਰ ਇਹਨਾਂ ਦਾ ਵੱਡਾ ਸਥਾਨ ਹੈ, ਉੱਥੇ ਵੀ ਪਤਾ ਕੀਤਾ ਹੈ, ਕਿਤੋਂ ਵੀ ਇਹਨਾਂ ਦਾ ਯਾਨੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਨੂੰ ਥੋ ਪਤਾ ਨਹੀਂ ਚੱਲਿਆ। ਦੇਸ਼ ਵਿਦੇਸ਼ਨ ਵਿਖੈ ਨਿਹਾਰੇ। ਅਸੀਂ ਦੇਸ਼ ਵਿਦੇਸ਼ਾਂ 'ਚ ਵੇਖ ਲਿਆ ਹੈ, ਉਹਨਾਂ ਦੀ ਜਾਣਕਾਰੀ ਨਹੀਂ ਮਿਲ ਰਹੀ, ਉਹ ਕਿੱਥੇ ਚਲੇ ਗਏ ਹਨ। ਸੁਨ ਨੁਰੰਗ ਨੇ ਕਿਤਕ ਸੂਰ। ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ 2-2.5 ਮਹੀਨਿਆਂ ਤੋਂ ਅਨੰਦਪੁਰ ਤੋਂ ਨਿਕਲ ਗਏ ਹਨ, ਕਿਤੇ ਬਾਹਰ ਚਲੇ ਗਏ ਹਨ, ਤਾਂ ਉਸਨੇ ਕੁਝ ਘੋੜ ਸਵਾਰ ਫੌਜੀ ਦਸਤਾ ਤਿਆਰ ਕੀਤਾ ਹੈ। ਹਿਤ ਖੋਜਨ ਪਠ ਨਿਕਟ ਕੇ ਦੂਰ। ਉਹਨਾਂ ਨੂੰ ਵੱਖਰੇ ਵੱਖਰੇ ਇਲਾਕਿਆਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਖੋਜ ਕਰਨ ਲਈ, ਭਾਲ ਕਰਨ ਲਈ ਤੋਰ ਦਿੱਤਾ ਹੈ। ਜਹਾਂ ਕਹਾਂ ਕਹੋ ਵਿਚਰਨ ਲਾਗੇ। ਇਹ ਸਰਕਾਰੀ ਫੌਜਾਂ ਜਿਹੜੀਆਂ ਹਨ, ਘੋੜ ਸਵਾਰ ਪੁਲਿਸ ਹੈ, ਇਹ ਗੁਰੂ ਸਾਹਿਬ ਜੀ ਨੂੰ ਸਾਰੇ ਇਲਾਕਿਆਂ 'ਚ ਲੱਭਣ ਲੱਗ ਪਈ ਹੈ। ਬੂਝੇ ਜਿਤ ਕਿਤ ਪਾਛੇ ਆਗੇ। ਅੱਗੇ ਪਿੱਛੇ ਪੁੱਛਦੇ ਫਿਰਦੇ ਹਨ ਵੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਨਹੀਂ ਕਿਤੇ ਦੇਖੇ ਤੁਸੀਂ? ਗੁਰੂ ਤੇਗ ਬਹਾਦਰ ਸਾਹਿਬ ਕਿਸੇ ਪਿੰਡ 'ਚ ਆਏ ਹੋਣ, ਕਿਸੇ ਸਿੱਖ ਕੋਲ ਆਏ, ਖਾਸ ਕਰਕੇ ਜਿੱਥੇ ਸਿੱਖਾਂ ਦੀ ਆਬਾਦੀ ਸੁਣਦੇ ਆ, ਵੀ ਗੁਰੂ ਨਾਨਕ ਨੂੰ ਮੰਨਣ ਵਾਲੇ ਨਾਨਕ ਪੰਥੀਆਂ ਦਾ ਘਰ ਸੁਣਦੇ ਆ, ਉੱਥੇ ਜ਼ਰੂਰ ਸੂਹ ਲੈਂਦੇ ਹਨ। ਕੀਚਿਤ ਅਹਦੀ ਅਰ ਅਸਵਾਰ। ਕੁਝ ਅਹਿਦੀਏ, ਕੁਝ ਘੋੜ ਸਵਾਰ ਵੱਖਰੇ ਵੱਖਰੇ ਇਲਾਕਿਆਂ ਵਿੱਚ ਗੁਰੂ ਸਾਹਿਬ ਦੀ ਤਲਾਸ਼ ਕਰ ਰਹੇ ਹਨ। ਵਿਚਰਤ ਦੇਸ਼ ਵਿਦੇਸ਼ ਮਝਾਰ। ਸਾਰੇ ਹਿੰਦੁਸਤਾਨ ਦੇ ਵੱਖਰੇ ਵੱਖਰੇ ਸੂਬਿਆਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਲਾਸ਼ ਜਾਰੀ ਹੋ ਗਈ ਹੈ। ਇਤ ਸਤਿਗੁਰ ਸਭ ਅੰਤਰ ਜਾਮੀ। ਆਖੋ ਸਤਨਾਮ ਸ੍ਰੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਜਾਮੀ ਜਾਣੀ ਜਾਣ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਜਲ ਥਲ ਘਟ ਘਟ ਜਾਣਤ ਸੁਆਮੀ। ਜੋ ਜਲ ਦੀ ਵੀ ਜਾਣਦੇ ਨੇ, ਥਲ ਦੀ ਵੀ ਜਾਣਦੇ ਨੇ ਤੇ ਹਰ ਹਿਰਦੇ ਦੀ ਜਾਣਦੇ ਹਨ। ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਤਗਾਰ।
ਐਸੇ ਅੰਤਰਜਾਮੀ ਸਤਿਗੁਰੂ ਮਹਾਰਾਜ ਸਾਹਿਬ ਜੀ ਹਨ। ਸੈਫਦੀਨ ਕੋ ਕੀਨ ਨਿਹਾਲ। 2 ਮਹੀਨੇ ਲਗਭਗ ਸੈਫਦੀਨ ਕੋਲ, ਸੈਫਾਬਾਦ ਜਿਹਨੂੰ ਅੱਜ ਕੱਲ ਬਹਾਦਰਗੜ੍ਹ ਦਾ ਕਿਲਾ ਕਹਿੰਦੇ ਆ, ਰਾਜਪੁਰੇ ਤੇ ਪਟਿਆਲੇ ਦੇ ਵਿਚਕਾਰ ਵਾਕਿਆ ਹੈ। ਉੱਥੇ ਰਹਿ ਕੇ ਸਤਿਗੁਰੂ ਜੀ ਨੇ ਸੈਫਦੀਨ ਨੂੰ ਨਿਹਾਲ ਕੀਤਾ ਹੈ। ਬੈਠੇ ਹੁਤੇ ਕਹਿਓ ਇੱਕ ਕਾਲ। ਇੱਕ ਦਿਨ ਸੈਫਦੀਨ ਕੋਲ ਬੈਠੇ ਨੇ ਤੇ ਸੱਚੇ ਪਾਤਸ਼ਾਹ ਸੈਫਦੀਨ ਨੂੰ ਬੋਲੇ ਹਨ, ਅਬ ਹਮ ਚਲਿਓ ਚਹੈ ਕਿਤ ਆਨ। ਚੰਗਾ ਸੈਫਦੀਨ ਜੀ, ਤੁਸੀਂ ਬੜੀ ਸੇਵਾ ਕੀਤੀ ਹੈ, ਹੁਣ ਅਸੀਂ ਅੱਗੇ ਕਿਤੇ ਜਾਣਾ ਚਾਹੁੰਦੇ ਹਾਂ। ਬਸੇ ਚੁਮਾਸਾ ਤੁਵ ਬਚਮਾਨ। ਤੇਰਾ ਬਚਨ ਮੰਨ ਕੇ ਚੁਮਾਸਾ ਕੱਟ ਲਿਆ ਹੈ। ਮੀਂਹ ਦਾ ਜੋ ਬਰਸਾਤ ਦਾ ਮੌਸਮ ਸੀਗਾ, ਸਾਵਣ ਭਾਦੋਂ ਦਾ, ਉਹ ਸੁੱਖ ਨਾਲ ਲੰਘ ਗਿਆ ਹੈ। ਸਤਨਾਮ ਸਿਮਰਨ ਕਰ ਸਦਾ। ਬਸ ਤੁਸੀਂ ਹੁਣ ਸਤਨਾਮ ਸਿਮਰਨ ਕਰ ਸਦਾ, ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ। ਉਸ ਅਕਾਲ ਪੁਰਖ ਨੂੰ, ਉਸ ਅੱਲਾਹ ਤਾਲਾ ਨੂੰ ਸਦਾ ਆਪਣੇ ਅੰਗ ਸੰਗ ਜਾਣਨਾ ਹੈ। ਉਸ ਨਿਰੰਕਾਰ ਦੇ ਸਿਮਰਨ ਵਿੱਚ, ਉਹਦੀ ਯਾਦ ਵਿੱਚ ਜੁੜਨਾ ਹੈ। ਸੰਕਟ ਵਿਆਪ ਸਕਹਿ ਨਹਿ ਕਦਾ। ਕਿਉਂਕਿ ਜਦੋਂ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਕਰਤੇ ਪੁਰਖ ਨੂੰ ਚੇਤੇ ਕਰਦੇ ਰਹੋਗੇ, ਉਸ ਨਿਰੰਕਾਰ ਨੂੰ, ਉਸ ਅੱਲਾਹ ਨੂੰ ਯਾਦ ਕਰੋਗੇ, ਤੁਹਾਡੇ ਨੇੜੇ ਕੋਈ ਸੰਕਟ ਨਹੀਂ ਆਵੇਗਾ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮ ਕਾਰ ਦੁਖ ਲੱਗੈ ਨ ਭਾਈ। ਪਰਮੇਸ਼ਰ ਆਪ ਰਾਖਾ ਬਣੇਗਾ। ਸਤ ਸੰਗਤ ਕੇ ਸੰਗ ਸੁਪ੍ਰੀਤ। ਮਹਾਰਾਜ ਕਹਿੰਦੇ ਹੈ ਸੈਫਦੀਨ ਜੀ, ਉਸ ਪਰਮੇਸ਼ਰ ਦੇ ਪਿਆਰਿਆਂ ਦੀ, ਸਾਧੂਆਂ ਦੀ ਸੰਗਤ ਕਰਿਆ ਕਰੋ, ਜਿਹੜੇ ਉਹਨੂੰ ਮਿਲਣਾ ਚਾਹੁੰਦੇ ਆ, ਜਿਹੜੇ ਉਹਦੇ ਪਿਆਰੇ ਆ, ਜਿਹੜੇ ਉਹਦੇ ਰੰਗ 'ਚ ਰੰਗੇ ਹੋਏ ਆ, ਉਹਨਾਂ ਦੀ ਸੰਗਤ ਨਾਲ ਪ੍ਰੇਮ ਕਰੋ। ਸੇਵਾ ਕਰੋ ਲਾਹੋ ਸੁਖ ਨੀਤ। ਔਰ ਉਹਨਾਂ ਸਾਧੂਆਂ ਮਹਾਂਪੁਰਸ਼ਾਂ ਦੀ ਸੇਵਾ ਕਰੋ ਤੇ ਨਿਤ ਸੁਖ, ਜੋ ਸਦਾ ਰਹਿਣ ਵਾਲਾ ਸੁਖ ਹੈ, ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਜਨਮ ਮਰਨ ਤੇਰੋ ਅਬ ਮਿਟਿਓ। ਸਤਿਗੁਰੂ ਕਹਿੰਦੇ ਸੈਫਦੀਨ, ਤੇਰੀ 84 ਕੱਟੀ ਗਈ। ਆਖੋ ਸਤਨਾਮ। ਮੇਰੇ ਮਾਧਵ ਜੀ, ਸਤ ਸੰਗਤ ਮਿਲੇ ਸੇ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹੁਣ ਤੇਰਾ ਜਨਮ ਮਰਨ ਨਹੀਂ ਹੋਵੇਗਾ। ਗੁਰੂ ਕਿਰਪਾ ਤੇ ਸੰਕਟ ਕਟਿਓ। ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਨਾਲ ਤੇਰੇ ਸਾਰੇ ਸੰਕਟ ਕੱਟੇ ਗਏ ਹਨ। ਸੈਫਦੀਨ ਸੁਨ ਪ੍ਰੇਮ ਵਿਸਾਲਾ। ਗੁਰੂ ਸਾਹਿਬ ਦੇ ਪਿਆਰ ਵਿੱਚ ਰੰਗਿਆ ਹੋਇਆ ਸੈਫਦੀਨ ਗੁਰੂ ਸਾਹਿਬ ਦੇ ਬਚਨ ਸੁਣ ਕੇ ਭਈ ਸਜਲ ਲੋਚਨ ਤਿਸ ਕਾਲਾ। ਅੱਖਾਂ ਵਿੱਚ ਹੰਝੂ ਭਰ ਆਇਆ, ਉਹਦੇ ਨੇਤਰਾਂ ਦੇ ਵਿੱਚ ਜਲ ਛਾ ਗਿਆ। ਜਦੋਂ ਮਹਾਰਾਜ ਕਹਿੰਦੇ ਚੰਗਾ ਹੁਣ ਅਸੀਂ ਅੱਗੇ ਜਾਣਾ ਹੈ। ਮੋਚਿਤ ਮੋਚਤ ਸਾਥ ਨ ਚਾਹੈ। ਕਹਿੰਦੇ ਅੱਖਾਂ ਵਿੱਚੋਂ ਹੰਝੂ ਵਗਦੇ ਨੇ ਤੇ ਮਹਾਰਾਜ ਦਾ ਸਾਥ ਛੱਡਣਾ ਨਹੀਂ ਚਾਹੁੰਦਾ। ਗਮਨਹੁ ਗੁਰੂ ਬਾਕ ਕੋ ਕਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕੌਣ ਕਵੇ ਜਾਓ, ਮਹਾਰਾਜ ਜਾਣ ਨੂੰ, ਕਹਿਣ ਨੂੰ ਜੀ ਨਹੀਂ ਕਰਦਾ। ਕਹਾਂ ਠਗੌਰੀ ਮੂੰਹ ਪਰ ਡਾਰੀ। ਕਹਿਣ ਲੱਗਾ ਮਹਾਰਾਜ ਕਿਹੜੀ ਠਗਮੂਰੀ ਮੈਨੂੰ ਸੰਘਾ ਦਿੱਤੀ ਹੈ। ਠਗੌਰੀ ਜਾਂ ਠੱਗ ਬੂਟੀ ਠੱਗਾਂ ਦੇ ਕੋਲ ਹੁੰਦੀ ਹੈ। ਕਲੋਰੋਫਾਰਮ ਵਰਗੀ ਕਹਿੰਦੇ ਉਹ ਨੱਕਾਂ ਨੂੰ ਮਾੜਾ ਜਿਹਾ ਸੰਘਾ ਦਿਓ, ਬੰਦਾ ਬੇਹੋਸ਼ ਹੋ ਜਾਂਦਾ। ਉਹਦੇ ਕੱਪੜੇ ਲਾ ਲਓ, ਉਹਦੇ ਗਹਿਣੇ ਲਾ ਲਓ, ਉਹਦੀ ਜੇਬ ਕੱਟ ਲਓ, ਉਹਨੂੰ ਜਿਵੇਂ ਮਰਜ਼ੀ ਠੱਗ ਲਓ। ਉਹ ਠੱਗਾਂ ਕੋਲ ਜਿਹੜੀ ਬੂਟੀ ਹੁੰਦੀ ਹੈ, ਮਹਾਰਾਜ ਤੁਸੀਂ ਮੈਨੂੰ ਠੱਗ ਲਿਆ ਹੈ। ਆਖੋ ਸਤਨਾਮ। ਕਿਹੜੀ ਬੂਟੀ ਸੰਘਾਈ ਹੈ ਮੈਨੂੰ ਕਿ ਮਹਾਰਾਜ ਮੈਂ ਹੁਣ ਆਪਣੇ ਆਪ ਵਿੱਚ ਨਹੀਂ ਰਿਹਾ, ਹੁਣ ਮੈਂ ਤੁਹਾਡਾ ਬਣ ਗਿਆ ਹਾਂ। ਮਨ ਬਸਰਾਵਰ ਰੱਖੋ ਸਗਾਰੀ। ਤੇ ਆਪਣੇ ਚਰਨਾਂ ਵਿੱਚ ਹੀ ਰੱਖੋ, ਮਨ ਮੇਰਾ ਤੁਹਾਡੇ ਚਰਨਾਂ ਤੋਂ ਦੂਰ ਨਾ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਸੁਣ ਕੇ ਧੀਰਜ ਦੀਨ ਪ੍ਰੇਮ ਤਿਸ ਗੁਣ ਕੈ। ਉਸ ਸੈਫਦੀਨ ਦਾ ਪਿਆਰ ਵੇਖ ਕੇ, ਉਹਦੇ ਅੰਦਰ ਦੀ ਬੇਬਲਤਾ ਵੇਖ ਕੇ ਧੀਰਜ ਦਿੰਦੇ ਹਨ। ਹਮਨੇ ਅਬ ਕੁਛ ਕਰਨੇ ਕਾਜਾ। ਮਹਾਰਾਜ ਕਹਿੰਦੇ ਸੈਫਦੀਨ, ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਰਹੀ ਹੈ। ਜਿੱਥੇ ਜਿੱਥੇ ਉਹ ਪਰਮੇਸ਼ਰ ਨੇ ਕਿਸੇ ਦੀ ਡਿਊਟੀ ਲਾਈ ਹੈ, ਉੱਥੇ ਉੱਥੇ ਉਸ ਜੀਵ ਨੂੰ ਜਾਣਾ ਪੈਂਦਾ ਹੈ। ਅਸੀਂ ਕੁਝ ਕੰਮ ਬਹੁਤ ਵੱਡੇ ਜ਼ਰੂਰੀ ਕਰਨੇ ਹਨ। ਨਹੀਂ ਸਾਥ ਕੋ ਨਿਭੈ ਸਮਾਜਾ। ਇਸ ਕਰਕੇ ਸਰੀਰਾਂ ਦਾ ਸਾਥ ਹੁਣ ਨਹੀਂ ਨਿਭਣਾ। ਸਰੀਰਾਂ ਦਾ ਸਾਥ ਕਿਸੇ ਦਾ ਵੀ ਨਹੀਂ ਨਿਭਿਆ ਸੰਸਾਰ ਵਿੱਚ।
ਕੋਈ ਅੱਗੇ ਕੋਈ ਪਿੱਛੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਮਿਲਣਾ ਸੰਜੋਗ ਹੁੰਦਾ, ਮਿਲ ਜਾਂਦਾ ਬੰਦਾ, ਵਿਜੋਗ ਹੁੰਦਾ ਵਿਛੜ ਜਾਂਦਾ। ਵਿਜੋਗ ਮਿਲ ਵਿਛੜਿਆ, ਸੰਜੋਗੀ ਮੇਲ। ਜਦੋਂ ਸੰਜੋਗ ਹੁੰਦਾ ਆਪਾਂ ਇਕੱਠੇ ਹੋ ਜਾਂਦੇ ਹਾਂ, ਜਦੋਂ ਵਿਜੋਗ ਦੀ ਘੜੀ ਆਉਂਦੀ ਆਪਾਂ ਵਿਛੜ ਜਾਂਦੇ ਹਾਂ। ਇਸ ਕਰਕੇ ਹੁਣ ਪਰਮੇਸ਼ਰ ਦੇ ਭਾਣੇ ਵਿੱਚ ਸਰੀਰਕ ਤੌਰ ਤੇ ਆਪਾਂ ਨੂੰ ਇੱਕ ਦੂਜੀ ਤੋਂ ਜੁਦਾ ਹੋਣਾ ਪਵੇਗਾ। ਨਿਤ ਪ੍ਰਤ ਉਠ ਕਰ ਠਾਨਹੁ ਧਿਆਨ। ਤੁਸੀਂ ਸਾਹਿਬਦੀਨ ਜੀ ਸਵੇਰੇ ਅੰਮ੍ਰਿਤ ਵੇਲੇ ਜ਼ਰੂਰ ਉੱਠਿਆ ਕਰੋ। ਉੱਠ ਕੇ ਇਸ਼ਨਾਨ ਕਰਕੇ ਧਿਆਨ ਲਾ ਕੇ ਬੈਠਿਆ ਕਰੋ। ਜਿਮ ਸਮੀਪ ਤੈਸੇ ਪਹਿਚਾਨ। ਜਿਵੇਂ ਆਹ 2 ਮਹੀਨੇ ਤੇਰੇ ਕੋਲ ਬੈਠਦੇ ਰਹੇ ਆ ਨਾ, ਤੈਨੂੰ ਆਪਣੇ ਕੋਲ ਮਹਿਸੂਸ ਹੁੰਦੇ ਸੀ ਵੀ ਸਾਡੇ ਕੋਲ ਆਏ ਹੋਏ ਨੇ, ਸਾਡੇ ਕੋਲ ਬੈਠੇ ਨੇ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਧਿਆਨ ਵਿੱਚ ਸਿਮਰਨ 'ਚ ਜੁੜੇਗਾ, ਉਦੋਂ ਤੇਰੇ ਕੋਲ ਬੈਠੇ ਹੋਇਆ ਕਰਾਂਗੇ। ਤੈਨੂੰ ਐਦਾਂ ਮਹਿਸੂਸ ਹੋਵੇਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਕੋਲ ਹੀ ਹਨ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਤਿਆਦਿਕ ਕਹਿ ਬਹੁ ਸਮਝਾਇਓ। ਇਸ ਤਰ੍ਹਾਂ ਕਹਿ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਹੁਤ ਸਮਝਾਇਆ। ਨੀਠ ਨੀਠ ਔਰ ਧੀਰ ਵਧਾਇਓ। ਔਰ ਹੌਲੇ ਹੌਲੇ ਧੀਰਜ ਪੱਕਾ ਕਰ ਦਿੱਤਾ, ਹੌਸਲਾ ਬਣਾ ਦਿੱਤਾ। ਅਪਰਦਾਸ ਅਰ ਸਿੱਖ ਜਸਾਥ। ਹੋਰ ਜਿਹੜੇ ਦਾਸ ਸੇਵਾਦਾਰ ਸਿੱਖ ਸੇਵਕ ਸੀਗੇ, ਸਭ ਸੋ ਬੋਲੇ ਇਸ ਬਿਦਨਾਥ। ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਕੀ ਸਿੱਖਾਂ ਨੂੰ ਇਉਂ ਕਹਿਣ ਲੱਗੇ, ਨਿਜ ਨਿਜ ਸਦਨ ਸਿਧਾਰਨ ਕਰੀਆ ਹੈ। ਭਾਈ ਤੁਸੀਂ ਵੀ ਹੁਣ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ, ਤੁਸੀਂ ਵੀ ਆਪਣੇ ਪਿੰਡਾਂ ਨੂੰ ਚਲੇ ਜਾਓ। ਸੰਗ ਹਮਾਰੋ ਅਬ ਪਰ ਹਰੀਆ ਹੈ। ਹੁਣ ਸਾਡਾ ਸਾਥ ਛੱਡ ਦਿਓ, ਕਿਉਂਕਿ ਹੁਣ ਜਿਵੇਂ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਸੀ ਨਾ ਵੀ ਅੱਗੇ ਉਹ ਹੀ ਲੰਘੇ ਜਿਹਨੇ ਸੀਸ ਦੇਣਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਹੁਣ ਘਾਟੀ ਵਿਖੜੀ ਆ ਰਹੀ ਅੱਗੇ, ਬਿਰਲਾ ਹੀ ਨਿਭੇਗਾ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਪਾਤਸ਼ਾਹ ਕਹਿਣ ਲੱਗੇ ਸਾਡਾ ਸਾਥ ਛੱਡ ਦਿਓ, ਹੁਣ ਚਲੇ ਜਾਓ ਆਪੋ ਆਪਣੇ ਘਰਾਂ ਨੂੰ, ਪਿੰਡਾਂ ਨੂੰ। ਹੁਣ ਇਕਾਕੀ ਬਨ ਹੈ ਹਮਾਰੋ। ਸਾਡਾ ਹੁਣ ਇਕੱਲੇ ਰਹਿਣ ਨੂੰ ਜੀ ਕਰਦਾ ਹੈ। ਅਕਾਲ ਪੁਰਖ ਵੱਲੋਂ ਸਾਨੂੰ ਇਕੱਲਿਆਂ ਰਹਿਣ ਦਾ ਹੁਕਮ ਆਇਆ ਹੈ। ਅਬ ਹੈ ਸੰਗ ਹੋਏ ਅਦਕ ਦੁਖਾਰੋ। ਹੁਣ ਸਾਡੇ ਨਾਲ ਰਹਿਣਾ ਬੜਾ ਕਸ਼ਟਦਾਇਕ, ਸਾਡੇ ਨਾਲ ਰਹਿਣਾ ਹੁਣ ਸੂਲਾਂ ਦੀ ਸੇਜ ਤੇ ਸੌਣ ਵਾਲਾ ਕੰਮ ਹੋਵੇਗਾ। ਸਾਡੇ ਨਾਲ ਰਹਿਣਾ ਹੁਣ ਮੌਤ ਨਾਲ ਖੇਡਣਾ ਹੋਵੇਗਾ। ਤਹਾਂ ਨ ਸ਼ਰਦਾ ਪੁਨ ਰਹਿ ਆਵਹਿ। ਸਤਨਾਮ। ਕਹਿਣ ਲੱਗੇ ਹੁਣ ਸਾਡੇ ਨਾਲ ਸ਼ਰਧਾ ਨਹੀਂ ਨਿਭਣੀ। ਸ਼ਰਧਾ ਸੁੱਖ ਵਿੱਚ ਨਿਭਾ ਲਈਦੀ ਹੈ। ਸੁੱਖ ਵਿੱਚ ਜਦੋਂ ਸੁੱਖ ਦੀ ਘੜੀ ਹੁੰਦੀ ਨਾ, ਉਦੋਂ ਆਪਾਂ ਸਾਰੇ ਹੀ ਮਾਲਾ ਫੜ ਕੇ ਭਗਤ ਬਣ ਕੇ ਗੁਰੂ ਦੇ ਬਹਿ ਜਾਂਦੇ ਆ। ਤੇ ਜਦੋਂ ਔਖੀ ਘਾਟੀ ਆਉਂਦੀ ਉਦੋਂ ਕੋਈ ਸ਼ਰਧਾ ਨਿਭਾਉਂਦਾ, ਉਹਦੇ ਵੱਡਿਆਂ ਦੀ ਸ਼ਰਧਾ ਡੋਲ ਜਾਂਦੀ ਹੈ। ਮਹਾਰਾਜ ਕਹਿੰਦੇ ਉਹ ਜਦੋਂ ਘਾਟੀ ਔਖੀ ਚੜਾਂਗੇ ਨਾ, ਉਦੋਂ ਫਿਰ ਤੁਹਾਡੀ ਸ਼ਰਧਾ ਡੋਲੇਗੀ। ਚੰਗਾ ਤੁਸੀਂ ਪਹਿਲਾਂ ਹੀ ਆਪਣੀ ਸ਼ਰਧਾ ਕਾਇਮ ਘਰਾਂ 'ਚ ਰੱਖ ਲਓ, ਆਪਣੇ ਘਰਾਂ ਨੂੰ ਚਲੇ ਜਾਓ। ਰਹਿ ਸੰਗ ਸੋ ਬਹੁ ਪਛਤਾਵੈ। ਜਿਹੜਾ ਸਾਡੇ ਨਾਲ ਰਹੇਗਾ ਪਿੱਛੋਂ ਪਛਤਾਏਗਾ ਵੀ ਕਿਉਂ ਗੁਰੂ ਦੇ ਨਾਲ ਰਹੇ ਆ, ਗੁਰੂ ਦਾ ਸਾਥ ਕਿਉਂ ਦਿੱਤਾ। ਪਹਿਲਾਂ ਪਤਾ ਹੁੰਦਾ ਤੇ ਗੁਰੂ ਨੂੰ ਛੱਡ ਕੇ ਘਰ ਚਲੇ ਜਾਂਦੇ। ਇਸ ਕਾਰਨ ਸੁਧ ਪ੍ਰਥਮ ਜਨਾਈ। ਮਹਾਰਾਜ ਕਹਿੰਦੇ ਸਿੱਖੋ ਤੁਹਾਨੂੰ ਪਹਿਲਾਂ ਦੱਸ ਰਹੇ ਆ, ਅਗਲੀ ਘਾਟੀ ਔਖੀ ਹੈ, ਭਿਖੜੀ ਹੈ। ਹੁਣ ਤੁਸੀਂ ਆਪਣੇ ਆਪਣੇ ਘਰਾਂ ਨੂੰ ਜਾਓ। ਅਸੀਂ ਆਪਣੀ ਖੇਡ ਖੇਡਣੀ ਹੈ, ਉਹ ਖੇਡ ਅਸੀਂ ਇਕੱਲੇ ਹੀ ਖੇਡਾਂਗੇ ਤੇ ਤੁਸੀਂ ਸਾਡਾ ਸਾਥ ਛੱਡੋ। ਹੁਣ ਚਲੇ ਜਾਓ ਤਜ ਹਠ ਅਧਕਾਈ। ਜਿੱਦ ਨਾ ਕਰੋ, ਹੱਠ ਨਾ ਕਰੋ, ਕਿਉਂਕਿ ਅੱਗੇ ਪਤਾ ਲੱਗਣਾ ਹੱਠ ਨਿਭਣਾ। ਇੱਥੇ ਤਾਂ ਹੱਠ ਕਰ ਲਓਗੇ, ਨਹੀਂ ਮਹਾਰਾਜ ਨਹੀਂ ਨਾਲ ਹੀ ਜਾਣਾ ਅਸੀਂ। ਹੁਣ ਤਾਂ ਤੁਹਾਨੂੰ ਨਹੀਂ ਪਤਾ ਅੱਗੇ ਕੀ ਹੋਣਾ। ਤੇ ਜਦੋਂ ਉਹ ਸਾਹਮਣੇ ਗੱਲ ਪ੍ਰਸਥਿਤੀ ਆ ਗਈ, ਉਹ ਸਮਾਂ ਸਾਹਮਣੇ ਆ ਗਿਆ, ਉਦੋਂ ਫਿਰ ਡੋਲੋਗੇ, ਫਿਰ ਕਹੋਗੇ ਚੰਗੇ ਹੁੰਦੇ ਚਲੇ ਜਾਂਦੇ। ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਭਾਈ ਅਗਲਾ ਸਮਾਂ ਕਠਿਨ ਹੈ, ਵਾਪਸ ਆਪਣੇ ਆਪਣੇ ਪਿੰਡਾਂ ਨੂੰ ਘਰਾਂ ਨੂੰ ਚਲੇ ਜਾਓ। ਨਾਹੇ ਤਤਰਾਸ ਹੋਏਗੋ ਭਾਰੀ। ਨਹੀਂ ਤਾਂ ਬੜਾ ਖਤਰਨਾਕ ਸਮਾਂ ਹੈ, ਬੜਾ ਡਰ ਦਾ ਸਮਾਂ ਹੈ, ਭਿਆਨਕ ਸਮਾਂ ਹੈ ਜਿਹੜਾ ਅੱਗੇ ਆ ਰਿਹਾ ਹੈ। ਰਹਿ ਕੌਣ ਤਬ ਧੀਰਜ ਧਾਰੀ। ਮਹਾਰਾਜ ਕਹਿੰਦੇ ਉਸ ਵੇਲੇ ਧੀਰਜ ਨਹੀਂ ਰਹਿਣੀ, ਹੌਸਲਾ ਨਹੀਂ ਰਹਿਣਾ। ਸਾਧ ਸੰਗਤ ਜੀ ਕਥਾ ਕਰ ਲੈਣੀ ਬੜੀ ਸੌਖੀ, ਸ਼ਹੀਦਾਂ ਦੀ ਸੁਣ ਲੈਣੀ ਵੀ ਬੜੀ ਸੌਖੀ ਹੈ। ਆਪਾਂ ਬੜੇ ਆਨੰਦ ਨਾਲ ਕਥਾ ਸੁਣ ਰਹੇ ਹਾਂ, ਕਰ ਰਹੇ ਹਾਂ। ਉਹ ਟਾਈਮ ਔਖਾ ਹੈ,
ਜਿਨ੍ਹਾਂ ਨੇ ਵੇਖਿਆ ਪਿਛਲਾ 84 ਦਾ ਟਾਈਮ ਆਪਣੇ ਘਰਾਂ ਦੇ ਵਿੱਚ, ਭਾਵੇਂ ਉਹ ਤਾਂ ਬਹੁਤ ਔਖਾ ਸੀਗਾ, ਇਹ ਵੀ ਕੋਈ ਸੌਖਾ ਨਹੀਂ ਸੀ, ਜਿਨ੍ਹਾਂ ਨਾਲ ਬੀਤੀ ਉਹਨਾਂ ਨੂੰ ਪਤਾ। ਪਰ ਉਸ ਵੇਲੇ ਕਈ ਮਹੀਨੇ ਘਰਾਂ 'ਚ ਰੋਟੀ ਨਹੀਂ ਸੀ ਪੱਕਦੀ, ਸਾਹ ਸੁੱਕੇ ਰਹਿੰਦੇ ਸੀ, ਕਿਹੜੀ ਘੜੀ ਕੀ ਹੋ ਜਾਣਾ। ਇਹ ਨਾਜ਼ੁਕ ਸਮੇਂ ਹੁੰਦੇ ਆ, ਭਿਆਨਕ ਸਮੇਂ ਹੁੰਦੇ ਆ। ਅਤੇ ਮਹਾਰਾਜ ਕਹਿੰਦੇ ਸਮਾਂ ਬੜਾ ਭਿਆਨਕ ਆ ਰਿਹਾ। ਇਸ ਭਿਆਨਕ ਸਮੇਂ ਵਿੱਚ ਧੀਰਜ ਰੱਖਣਾ ਵਿਰਲੇ ਹੀ ਰੱਖਣਗੇ, ਵਿਰਲੇ ਹੀ ਖੜਨਗੇ, ਵੱਡੇ ਵੱਡੇ ਡੋਲ ਜਾਂਦੇ। ਹਾਂਜੀ, ਇਤਿਆਦਿਕ ਸਭ ਹੂਨ ਸੁਨਾਇਓ। ਇਸ ਤਰ੍ਹਾਂ ਸਾਰਿਆਂ ਨੂੰ ਮਹਾਰਾਜ ਨੇ ਆਪਣੇ ਨਾਲ ਦਿਆਂ ਨੂੰ ਕਹਿ ਦਿੱਤਾ। ਹਿਰਦੈ ਮਹਾ ਤਰਾਸ ਉਪਜਾਇਓ। ਤੇ ਆਪਣੇ ਬਚਨਾਂ ਨਾਲ ਸਾਰਿਆਂ ਦੇ ਮਨ ਝੰਜੋੜੇ ਇੱਕ ਵਾਰੀ। ਜਿਹੜੇ ਕਾਇਰ ਸੀ ਉਹਨਾਂ ਦੇ ਮਨ ਡਰ ਵੀ ਗਏ। ਬੋਲੇ ਕਿਤਕ ਜੋਰ ਜੁਗ ਹਾਥ। ਕੁਝ ਹੱਥ ਜੋੜ ਕੇ ਬੋਲੇ ਸਿੱਖ। ਰਾਵਰ ਕੇ ਅਨੁਸਾਰੀ ਨਾਥ। ਮਹਾਰਾਜ ਅਸੀਂ ਤਾਂ ਤੁਹਾਡੇ ਅਨੁਸਾਰੀ ਹਾਂ। ਸਿੱਖ ਜੋ ਹੋਏ ਗੁਰੂ ਦੇ ਅਨੁਸਾਰ ਹੀ ਚੱਲਣਾ ਹੈ। ਨਿਜ ਸੰਗ ਰੱਖੋ ਤਉ ਹਮ ਰਹੈ। ਜੇ ਸਾਨੂੰ ਆਪਣੇ ਨਾਲ ਰੱਖੋਗੇ ਤੇ ਅਸੀਂ ਆਪ ਦੇ ਨਾਲ ਰਵਾਂਗੇ। ਜਾਹੇ ਸਦਨ ਕੋ ਜੀ ਅਬ ਕਹੈ। ਜੇ ਕਹੋਗੇ ਘਰ ਜਾਣ ਨੂੰ ਤਾਂ ਘਰ ਚਲੇ ਜਾਵਾਂਗੇ। ਇਮ ਕਹਿ ਆ ਇਸ ਲਈ ਘਰ ਗਏ। ਇਸ ਤਰ੍ਹਾਂ ਆਗਿਆ ਲੈ ਕੇ ਕੁਝ ਸਿੱਖ ਘਰਾਂ ਨੂੰ ਮੁੜ ਗਏ। ਸ੍ਰੀ ਗੁਰਦੇਵ ਸੰਗ ਤਜ ਦਏ। ਸਤਿਗੁਰੂ ਦਾ ਸਾਥ ਛੱਡ ਗਏ। ਪੰਜ ਸੌਰ ਗੁਰੂ ਢਿੱਗ ਰਹੇ। ਕੇਵਲ 5 ਹੀ ਰਹੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। 5 ਘੋੜ ਸਵਾਰ ਸਿੱਖ ਜਿਨ੍ਹਾਂ ਦਾ ਪਿਆਰ ਸੀ ਗੁਰੂ ਨਾਲ। ਉਹ ਕਹਿਣ ਲੱਗੇ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਉਹਨਾਂ ਨੇ ਸਾਥ ਨਹੀਂ ਛੱਡਿਆ, ਉਹ ਮਹਾਰਾਜ ਦੇ ਨਾਲ ਰਹੇ ਹਨ। ਜਿਨਹੁ ਸੰਗ ਕੋ ਹਠ ਬਹੁ ਗਹੇ। ਜਿਹੜੇ ਬੜੇ ਹੀ ਹਠੀ ਸਨ, ਜਿਹੜੇ ਬੜੇ ਹੀ ਸਿੱਧਕੀ ਸਨ, ਉਹ 5 ਹੀ ਮਹਾਰਾਜ ਸਾਹਿਬ ਦੇ ਨਾਲ ਰਹਿ ਗਏ। ਬਾਕੀ ਮੇਰੇ ਵਰਗੇ ਜੋ ਛਕਊਏ ਕੁਣਕੇ ਕੇ ਭਾਗ ਗਏ ਕਿ ਠੁਣਕੇ ਸੇ। ਉਹ ਤਾਂ ਗੱਫਾ ਪਾਣੀ ਛਕਣ ਵਾਲੇ, ਦਾਲਾ ਪੀੜਾ ਪੀਣ ਵਾਲੇ ਚਾਲੇ ਪਾਰ ਗਏ। 5 ਗੁਰੂ ਕੇ ਲਾਲ ਜਿਨ੍ਹਾਂ ਨੇ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ ਸੀ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਉਹ ਲਾਲ ਗੁਰੂ ਦੇ ਰਹਿ ਗਏ। ਮਤੀ ਦਾਸ ਇੱਕ ਗੁਰੂ ਦੀਵਾਨ। ਜਿਨ੍ਹਾਂ ਵਿੱਚੋਂ ਸਰਬ ਸ਼੍ਰੋਮਣੀ ਸਨ ਭਾਈ ਸਾਹਿਬ ਭਾਈ ਮਤੀ ਦਾਸ। ਇਹ ਭਾਈ ਪਰਾਗੇ ਦੀ ਪੰਸ ਵਿੱਚੋਂ ਛਿੱਬਰ ਬ੍ਰਾਹਮਣ ਘਰਿਆਲੇ ਦੇ ਰਹਿਣ ਵਾਲੇ ਬਹੁਤ ਹੀ ਗੁਰੂ ਕੇ ਲਾਲ ਪਿਆਰੇ ਸਨ। ਬੰਦਗੀ ਦੇ ਮੁਜੱਸਮੇ ਸਨ, ਭਗਤੀ ਦੇ ਮੁਜੱਸਮੇ ਸਨ। ਇਹ ਪਾਤਸ਼ਾਹ ਦੇ ਕੋਲ ਰਹਿ ਗਏ। ਰਹਿਤ ਸਮੀਪ ਸਦੀਵ ਸੁਜਾਨ। ਭਾਈ ਮਤੀ ਦਾਸ ਸਦਾ ਹੀ ਗੁਰੂ ਕੋਲ ਰਹਿੰਦੇ ਸਨ, ਸਦਾ ਹੀ ਮਹਾਰਾਜ ਸਾਹਿਬ ਦੀ ਸੇਵਾ 'ਚ ਰਹਿੰਦੇ ਸਨ। ਹਿਰਦੇ ਸ਼ੁੱਧ ਸੇਵਾ ਬਹੁ ਕਰੀ। ਹਿਰਦਾ ਬਹੁਤ ਸ਼ੁੱਧ ਸੀ। ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸੁਰਤ ਜੁੜੀ ਹੋਈ ਸੀ, ਗੁਰੂ ਦੀ ਬਾਣੀ 'ਚ ਰੰਗੇ ਹੋਏ ਸੀ ਤੇ ਗੁਰੂ ਪਾਤਸ਼ਾਹ ਦੀ ਸੇਵਾ ਭਾਵਨਾ ਨਾਲ ਕਰਦੇ ਸੀ। ਅਜ਼ਮਤ ਲਈ ਕੁਮਤ ਪਰ ਹਰੀ। ਉਹ ਅਵਸਥਾ ਪ੍ਰਾਪਤ ਸੀ ਵੀ ਬਚਨ ਦੇ ਨਾਲ ਮਾਰ ਸਕਦੇ ਸਾਂ ਤੇ ਬਚਨ ਨਾਲ ਹੀ ਜਵਾ ਸਕਦੇ ਸਾਂ। ਮਤੀ ਦਾਸ ਕੋਈ ਐਵੇਂ ਨਹੀਂ ਸਨ। ਗੁਰੂ ਨੇ ਆਪਣੇ ਵਰਗੇ ਹੀ ਬਣਾ ਲਏ ਹੋਏ ਸੀ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦਿਆ। ਇੰਨੀਆਂ ਪਾਵਰਾਂ ਦੇਤੀਆਂ ਮਤੀ ਦਾਸ ਨੂੰ ਵੀ ਬਚਨ ਦੇ ਨਾਲ ਧਰਤੀ ਪੁੱਠੀ ਕਰ ਸਕਦਾ ਸੀ। ਇਹੋ ਜਿਹਾ ਮਹਾਂਪੁਰਸ਼ ਸੀ। ਗਿਆਨਵਾਨ ਸਮਰਥ ਸਭ ਰੀਤ। ਆਤਮ ਗਿਆਨੀ ਸੀ, ਬ੍ਰਹਮ ਗਿਆਨੀ ਸੀ, ਸਮਰੱਥ ਸੀ ਸਭ ਕੁਝ ਕਰਨ ਦੇ। ਉਹਨੂੰ ਆਪਣੀ ਆਤਮਾ ਦਾ ਪ੍ਰਕਾਸ਼ ਹੋ ਚੁੱਕਾ ਸੀ। ਆਤਮਾ ਪ੍ਰਾਤਮਾ ਇੱਕੋ ਕਰੈ। ਉਹਦੇ ਦ્વੈਤ ਭਾਵ ਮਿਟ ਚੁੱਕੀ ਸੀ। ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਮੇਰੇ ਵਿੱਚ ਤੇਰੇ ਵਿੱਚ, ਤੇਰੇ ਵਿੱਚ ਮੇਰੇ ਵਿੱਚ ਫਰਕ ਨਹੀਂ ਰਿਹਾ। ਆਖੋ ਸਤਨਾਮ ਸ੍ਰੀ। ਮੈਂ ਤੇ ਤੂੰ ਮਿਟ ਚੁੱਕਾ ਸੀ, ਇੱਕ ਹੀ ਰੂਪ ਹੋ ਗਿਆ ਸੀ। ਧੀਰਜ ਆਦ ਬ੍ਰਿੰਦ ਗੁਣ ਚੀਤ। ਸ਼ੁਭ ਗੁਣ ਉਹਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਜਿੰਨੇ ਵੀ ਚੰਗੇ ਗੁਣ ਨੇ ਸਾਰੇ ਹੀ ਸੀ। ਜਦੋਂ ਕੋਈ ਗੁਰੂ ਵਾਲਾ ਬਣ ਜਾਂਦਾ ਤੇ ਗੁਰੂ ਦੀ ਕਿਰਪਾ ਹੋ ਜਾਂਦੀ, ਫਿਰ ਗੁਰੂ ਬੜੇ ਖਜ਼ਾਨੇ ਬਖਸ਼ ਦਿੰਦਾ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜਿਹਨੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਨਾ, ਉਹਦੀ ਮੱਤ ਦੇ ਵਿੱਚ ਹੀਰੇ ਮੋਤੀ ਰਤਨ ਜਵਾਹਰ ਭਰ ਜਾਂਦੇ ਨੇ। ਹਾਂਜੀ, ਦ੍ਰਿੜ ਮਨ ਕਰ ਕੈ ਸੰਗ ਨ ਤਿਆਗਾ। ਧੰਨ ਭਾਈ ਮਤੀ ਦਾਸ ਸਾਹਿਬ ਜੀ। ਆਖੋ ਧੰਨ ਭਾਈ ਮਤੀ ਦਾਸ ਸਾਹਿਬ। ਜਦੋਂ ਪਾਤਸ਼ਾਹ ਨੇ ਲਕੀਰ ਖਿੱਚੀ ਨਾ ਕਿ ਜਾਓ ਹੁਣ, ਤੇ ਮਤੀ ਦਾਸ ਨੇ ਨਹੀਂ ਸਾਥ ਛੱਡਿਆ। ਨਹੀਂ ਪਾਤਸ਼ਾਹ, ਤੇਰੇ ਚਰਨਾਂ ਤੋਂ ਬਿਨਾਂ ਮੇਰਾ ਹੋਰ ਕੋਈ ਥਾਣਾ ਟਿਕਾਣਾ ਨਹੀਂ। ਕਿਸੇ ਕੋਈ ਕੋਏ ਮੰਝ ਨਿਵਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿੱਤ ਨਾ ਆਵੇ।
ਸ੍ਰੀ ਗੁਰਦੇਵ ਚਰਨ ਅਨੁਰਾਗਾ। ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਪਿਆਰ ਸੀ ਭਾਈ ਮਤੀ ਦਾਸ ਸਾਹਿਬ ਜੀ ਦੇ ਹਿਰਦੇ ਵਿੱਚ। ਦੂਸਰ ਰਹਿਓ ਸੰਗ ਗੁਰ ਦਿੱਤਾ। ਦੂਸਰੇ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ 7ਵੀਂ ਪੀੜ੍ਹੀ ਸਨ, 6ਵੀਂ ਪੀੜ੍ਹੀ ਸਨ, ਕਿਉਂਕਿ ਉਹਨਾਂ ਦੇ ਪੁੱਤਰ ਭਾਈ ਰਾਮ ਕੋਇਰ ਸਾਹਿਬ ਬ੍ਰਹਮ ਗਿਆਨੀ ਹੋਏ। ਹਾਂਜੀ, ਬ੍ਰਿਧ ਕੇ ਬੰਸ ਜਨਮ ਜਿਨ ਲਿੱਤਾ। ਕਹਿੰਦੇ ਬਾਬੇ ਬੁੱਢੇ ਸਾਹਿਬ ਜੀ ਦੀ ਬੰਸ ਵਿੱਚ ਇਹਨਾਂ ਨੇ ਜਨਮ ਲਿਆ ਸੀ। ਧੰਨ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਲ ਅਵਸਥਾ 'ਚ ਬੁੱਢਾ ਬਣਾਤਾ। ਸ੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ, ਕਿਰਪਾ ਪਾਏ ਤਤਕਾਲ ਹੀ ਪ੍ਰਾਪਤ ਭਾ ਬ੍ਰਹਮ ਗਿਆਨ। ਨਿੱਕੇ ਜਿਹੇ ਬੱਚੇ ਨੂੰ ਮਹਾਰਾਜ ਕਹਿੰਦੇ ਤੂੰ ਗੱਲਾਂ ਤੇ ਬੁੱਢਿਆਂ ਵਾਲੀਆਂ ਕਰਦਾ, ਉਮਰ ਤੇਰੀ ਛੋਟੀ। ਬਾਲਕ ਤੇਰੀ ਬੈਸ ਦਿਸਾਵਤ, ਬੁੱਢੇ ਸਾਮੁਖ ਬਾਗਲ ਆਵਤ, ਤਬ ਤੇ ਬੁੱਢਾ ਪ੍ਰਗਟਿਓ ਨਾ। ਉਹ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੇਰੇ ਤੋਂ ਓਲੇ ਨਹੀਂ ਹੋਣਾ, ਤੇਰੇ ਮੇਰੇ 'ਚ ਫਰਕ ਹੀ ਕੋਈ ਨਹੀਂ। ਐਡੀ ਵੱਡੀਆਂ ਪਾਵਰਾਂ ਦਿੱਤੀਆਂ ਬਾਬੇ ਬੁੱਢੇ ਸਾਹਿਬ ਨੂੰ। ਉਹਦੀ ਬੰਸ ਵਿੱਚੋਂ ਭਾਈ ਗੁਰਦਿੱਤਾ ਜੀ ਨਾਲ ਤੁਰ ਪਏ, ਕਹਿੰਦੇ ਪਾਤਸ਼ਾਹ ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ। ਖਸ਼ਟਮ ਥਾਨ ਬ੍ਰਿਧ ਤੇ ਭਇਓ। ਇਹ 6ਵੀਂ ਪੀੜ੍ਹੀ ਸੀ ਬਾਬੇ ਬੁੱਢੇ ਸਾਹਿਬ ਜੀ ਦੀ। ਰਾਮ ਕੋਇਰ ਜਿਸ ਤੇ ਉਪਜਿਓ। 7ਵੀਂ ਪੀੜ੍ਹੀ ਇਹਨਾਂ ਦੇ ਭਾਈ ਰਾਮ ਕੋਇਰ ਬ੍ਰਹਮ ਗਿਆਨੀ ਹੋਏ ਹਨ, ਇਹਨਾਂ ਦੇ ਪੁੱਤਰ ਸਨ ਉਹ। ਸਰਬ ਗੁਰਨ ਕੇ ਸੰਗੀ ਰਹੇ। ਇਹ ਉਹ ਪਰਿਵਾਰ ਸੀ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਗੁਰੂ ਘਰ ਦਾ ਸੰਗ ਕਦੀ ਵੀ ਨਹੀਂ ਛੱਡਿਆ, ਸਦਾ ਗੁਰੂਆਂ ਦੇ ਨਾਲ ਹੀ ਰਹੇ ਹਨ, ਸੱਚ ਦੇ ਨਾਲ ਹੀ ਖੜੇ ਹਨ। ਕਰਾਮਾਤ ਮਹਿ ਪੂਰਨ ਅਹੇ। ਔਰ ਕਰਾਮਾਤਾਂ ਦੇ ਭੰਡਾਰ ਸਨ, ਬਚਨ ਦੇ ਬਲੀ ਸਨ। ਜੋ ਬਚਨ ਬਾਬੇ ਬੁੱਢੇ ਸਾਹਿਬ ਜੀ ਦੇ ਪਰਿਵਾਰ ਦੇ ਬੱਚਿਆਂ ਦੇ ਮੂੰਹ ਚੋਂ ਨਿਕਲ ਜਾਂਦਾ ਸੀ, ਅਟਲ ਹੁੰਦਾ ਸੀ, ਉਹਨੂੰ ਕੋਈ ਟਾਲ ਨਹੀਂ ਸੀ ਸਕਦਾ। ਜਿਨ ਕੇ ਲੇਸ਼ ਨ ਮੋਹ ਨ ਮਾਇਆ। ਜਿਨ੍ਹਾਂ ਦੇ ਮਨ ਵਿੱਚ ਬ੍ਰਹਮ ਗਿਆਨ ਦੀ ਜੋਤ ਲਟਾਲਟ ਜਗਦੀ ਸੀ, ਮੋਹ ਮਾਇਆ ਦਾ ਲੇਸ਼ ਮਾਤਰ ਵੀ ਨਹੀਂ ਸੀ। ਔਰ ਬ੍ਰਹਮ ਗਿਆਨੀ ਆਨੰਦ ਪਾਇਆ। ਹਿਰਦੇ 'ਚ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਸਮਾਏ ਹੋਏ ਸਨ। ਦੋਏ ਸੰਗ ਅਪਰ ਸਿਖ ਤੀਨ। ਇੱਕ ਭਾਈ ਸਤੀ ਦਾਸ ਭਾਈ ਮਤੀ ਦਾਸ ਦਾ ਭਰਾ ਸੀ, ਤੇ ਇੱਕ ਭਾਈ ਮਨੀ ਸਿੰਘ ਸ਼ਹੀਦ ਦਾ ਵੱਡਾ ਭਰਾ ਭਾਈ ਦਿਆਲਾ ਸੀ। ਰਹੇ ਗੁਰੂ ਕੇ ਨਿਕਟ ਪ੍ਰਵੀਨ। ਇਹ ਸਾਰੇ ਸਾਧ ਸੰਗਤ ਜੀ 5 ਸਿੱਖ ਮਹਾਰਾਜ ਦੇ ਨਾਲ ਰਹਿ ਗਏ। ਸੈਫਦੀਨ ਤੇ ਲੀਨ ਬਿਦਾਈ। ਤੇ ਇਹ ਇੱਕ ਲਾਡਵੇ ਦਾ ਭਾਈ ਊਦਾ ਇਤਿਹਾਸ ਵਿੱਚ ਆਉਂਦਾ। ਇਸ ਤਰ੍ਹਾਂ ਇਹ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਰਹੇ, ਤੇ ਮਹਾਰਾਜ ਅੱਗੇ ਨੂੰ ਸੈਫਦੀਨ ਤੋਂ ਵਿਦਾ ਲੈ ਕੇ ਤੁਰ ਪਏ ਹਨ। ਜ਼ੀਨ ਡਾਰ ਤਿਆਰੀ ਕਰਵਾਈ। ਘੋੜਿਆਂ ਤੇ ਕਾਠੀਆਂ ਪਾ ਕੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ 5 ਸਾਥੀਆਂ ਨੂੰ ਲੈ ਕੇ ਬਹਾਦਰਗੜ੍ਹ ਤੋਂ ਪਟਿਆਲੇ ਵੱਲ ਨੂੰ ਵਧੇ ਹਨ। ਅਪਰਦਾਸ ਨਿਜ ਨਿਜ ਘਰ ਗਏ। ਬਾਕੀ ਸੇਵਾਦਾਰ ਸਿੱਖ ਜਿਹੜੇ ਮਹਾਰਾਜ ਨਾਲ 2-4 ਆਏ ਸਨ ਹੋਰ, ਉਹ ਹੁਣ ਆਪਣੇ ਆਪਣੇ ਪਿੰਡਾਂ ਨਗਰਾਂ ਨੂੰ ਚਲੇ ਗਏ। ਗੁਰੂ ਭੇਵ ਨਹਿ ਜਾਣਤ ਭਏ। ਗੁਰੂ ਕੀ ਕਰਨਾ ਚਾਹੁੰਦੇ ਨੇ ਇਹ ਪਤਾ ਨਹੀਂ। ਮਨ ਵਿੱਚ ਹੈਰਾਨੀ ਸੀ ਸਿੱਖਾਂ ਦੇ ਵੀ ਸਤਿਗੁਰੂ ਜੀ ਨੇ ਸਾਨੂੰ ਆਪਣੇ ਤੋਂ ਦੂਰ ਕਿਉਂ ਕਰ ਦਿੱਤਾ। ਜਦੋਂ ਮਹਾਰਾਜ ਪਟਨੇ ਸਾਹਿਬ ਵੱਲ ਗਏ ਸੀਗੇ, ਉਦੋਂ ਤੇ 700 ਸਾਧੂਆਂ ਨੂੰ ਲੈ ਕੇ ਗਏ ਸੀ, 500 ਘੋੜਸਵਾਰ ਫੌਜ ਨਾਲ ਲੈ ਕੇ ਗਏ ਸੀ, ਹਜ਼ਾਰਾਂ ਸੰਗਤਾਂ ਨਾਲ ਗਈਆਂ ਸੀ। ਜਿੱਥੇ ਗੁਰੂ ਸਾਹਿਬ ਜਾਂਦੇ ਸੀ ਨਾ, ਮੇਲਾ ਹੀ ਲੱਗ ਜਾਂਦਾ ਸੀ। ਨਾਲ ਤੁਰਿਆ ਤੁਰਿਆ ਇੰਨਾ ਭੀੜ ਹੁੰਦਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜਿਵੇਂ ਬਾਦਸ਼ਾਹ ਜਾ ਰਿਹਾ ਹੋਵੇ, ਕਿਉਂਕਿ ਹੈ ਵੀ ਬਾਦਸ਼ਾਹ ਸੀ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਨ। ਤੇ ਉਹ ਬਾਦਸ਼ਾਹ ਅੱਜ ਇਕੱਲੇ ਕਿਉਂ ਤੁਰ ਪਏ ਨੇ? ਸਿੱਖਾਂ ਨੂੰ ਬੜੀ ਹੈਰਾਨੀ ਹੋਈ। ਕੀ ਕਰਨਾ ਚਾਹੁੰਦੇ ਨੇ? ਉਹਨਾਂ ਦੀ ਕੀ ਮਰਜ਼ੀ ਹੈ? ਆਉਣ ਵਾਲੇ ਸਮੇਂ 'ਚ ਕੀ ਖੇਡ ਵਰਤਾਣੀ ਹੈ, ਕੋਈ ਪਤਾ ਨਹੀਂ। ਦੋਹਰਾ ਕਿਤ ਕਸੂਰ ਨਰੰਗ ਕੇ। ਸੋ ਸਾਧ ਸੰਗਤ ਜੀ, ਇੱਧਰ ਬਾਦਸ਼ਾਹ ਦੀਆਂ ਫੌਜਾਂ ਦੇ ਕੁਝ ਘੋੜ ਸਵਾਰ ਇਸ ਇਲਾਕੇ 'ਚ ਪਟਿਆਲਾ ਸਮਾਣਾ ਇੱਧਰ ਫਿਰਦੇ ਹਨ। ਜਹ ਕਹਿ ਖੋਜਤ ਥਾਨ। ਲੱਭਦੇ ਫਿਰਦੇ ਨੇ, ਸੂਹਾਂ ਕੱਢਦੇ ਫਿਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਪਤਾ ਲੱਗ ਜਾਵੇ। ਦੇਸ਼ ਵਿਦੇਸ਼ ਨ ਗ੍ਰਾਮਪੁਰ। ਦੇਸ਼ਾਂ ਵਿਦੇਸ਼ਾਂ, ਪਿੰਡਾਂ ਨਗਰਾਂ ਸ਼ਹਿਰਾਂ ਗ੍ਰਾਮਾਂ ਵਿੱਚ ਬੂਝਹਿ ਨਾਮ ਬਖਾਨ। ਪੁੱਛਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੋਈ ਟਿਕਾਣਾ, ਕੋਈ ਪਤਾ ਦੱਸੋ। ਚੌਪਈ ਸ੍ਰੀ ਗੁਰੂ ਤੇਗ ਬਹਾਦਰ ਹੀਰੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਦੇਖੇ ਬਈ ਕਿਸੇ ਨੇ? ਪਿੰਡਾਂ ਵਾਲਿਆਂ ਨੂੰ ਪੁੱਛਦੇ, ਪਿੰਡਾਂ ਦੇ ਚੌਧਰੀਆਂ ਨੂੰ ਕਹਿੰਦੇ, ਪਿੰਡਾਂ ਦੇ ਨੰਬਰਦਾਰਾਂ ਨੂੰ ਕਹਿੰਦੇ। ਸਰਕਾਰੀ ਬੰਦੇ ਹੁੰਦੇ ਨੇ ਨੰਬਰਦਾਰ ਤੇ ਚੌਧਰੀ, ਉਹਨਾਂ ਨੂੰ ਬੁਲਾ ਲੈਂਦੇ ਆ ਜੀ, ਬਈ ਤੁਹਾਡੇ ਇਲਾਕੇ 'ਚ ਗੁਰੂ ਦਾ ਕੋਈ ਪਤਾ ਲੱਗਿਆ? ਜੇ ਪਤਾ ਲੱਗੇ ਸਾਨੂੰ ਜ਼ਰੂਰ ਦੱਸਣਾ। ਹਾਂਜੀ,
ਸੁਨੇ ਕਿਦੋਂ ਕਿਸ ਥਲ ਇਸ ਬੇਰੇ। ਗੁਰੂ ਤੇਗ ਬਹਾਦਰ ਸਾਹਿਬ ਕਿਸੇ ਥਾਂ ਦੇ ਆਏ ਹੋਣ, ਕਿਤੇ ਬੈਠੇ ਹੋਣ, ਕਿਤੇ ਲੰਘਦੇ ਟੱਪਦੇ ਵੇਖੇ ਹੋਣ, ਜ਼ਰੂਰ ਦੱਸੋ। ਕਿਤ ਤੇ ਆਵਤ ਕਿਤ ਕੋ ਜਾਤੇ। ਕਿਧਰੋਂ ਆਉਂਦੇ ਹੋਏ, ਕਿਧਰੋਂ ਜਾਂਦੇ ਹੋਏ ਤੁਹਾਨੂੰ ਮਿਲੇ ਹੋਣ, ਕਰਹੁ ਬਤਾਵਨ ਤਿਨ ਕੀ ਬਾਤੇ। ਉਹਨਾਂ ਦੀ ਸਾਨੂੰ ਖਬਰ ਦੱਸੋ। ਸ੍ਰੀ ਗੁਰ ਕੀ ਮਾਇਆ ਬਿਰਮਾਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿ ਇਹ ਗੁਰੂ ਦੀ ਮਾਇਆ ਹੀ ਹੈ। ਗੁਰੂ ਆਪ ਹੀ ਦੋਹਾਂ ਪਾਸਿਆਂ, ਦੋਹਾਂ ਸਿਰਿਆਂ ਦਾ ਆਪ ਸੁਆਮੀ, ਖੇਲਾ ਬਿਗਸੈ ਅੰਤਰ। ਇਧਰ 5 ਸਿੱਖਾਂ ਨਾਲ ਪਾਤਸ਼ਾਹ ਜਾ ਰਹੇ ਨੇ, ਉਧਰ ਉਹ ਜਿਹੜੇ ਲੱਭਣ ਵਾਲੇ ਨੇ ਉਹ ਵੀ ਆਪ ਹੀ ਬਣੇ ਹੋਏ ਨੇ, ਆਪ ਹੀ ਖੇਡ ਰਚਾਈ ਹੋਈ ਹੈ। ਭਾਈ ਸਾਹਿਬ ਲਿਖਦੇ ਗੁਰੂ ਦੀ ਮਾਇਆ ਨੇ ਭਰਮਾਇਆ ਹੋਇਆ ਜੀਵਾਂ ਨੂੰ। ਵਿਖੇ ਸੁਨੇ ਜਿਨ ਸੇ ਨ ਮਿਲਾਤੇ। ਜਿਨ੍ਹਾਂ ਨੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਵੇਖੇ ਵੀ ਰਸਤੇ ਜਾਂਦੇ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਣਦੇ ਵੀ ਅਸੀਂ ਕੱਲ ਮਿਲੇ ਸੀ, ਉਹ ਵੀ ਨਹੀਂ ਦੱਸ ਸਕਦੇ। ਉਹਨਾਂ ਨੂੰ ਵੀ ਨਹੀਂ ਚੇਤੇ ਹੀ ਨਹੀਂ ਰਹਿੰਦਾ। ਜਦੋਂ ਉਹ ਪੁੱਛਦੇ ਨਾ ਵੀ ਤੁਸੀਂ ਦੇਖੇ ਨੇ, ਦੇਖੇ ਹੁੰਦੇ ਨੇ ਲੰਘਦੇ ਟੱਪਦੇ, ਪਰ ਉਹਨਾਂ ਨੂੰ ਚੇਤੇ ਨਹੀਂ ਆਉਂਦਾ। ਮਹਾਰਾਜ ਐਸੀ ਬੁੱਧੀ ਤੇ ਪੜਦਾ ਪਾਉਂਦੇ ਆ, ਉਹ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਪਤਾ, ਅਸੀਂ ਨਹੀਂ ਮਿਲੇ, ਅਸੀਂ ਨਹੀਂ ਦੇਖੇ। ਆਦ ਆਨੰਦਪੁਰ ਦੁਆਬਾ ਦੇਸ਼। ਸ੍ਰੀ ਆਨੰਦਪੁਰ ਸਾਹਿਬ ਤੇ ਦੁਆਬੇ ਦਾ ਇਲਾਕਾ, ਮਾਝੇ ਮਾਝ ਬਲੋਕ ਅਸ਼ੀਸ਼। ਤੇ ਮਾਝੇ ਦਾ ਇਲਾਕਾ ਵੇਖਿਆ, ਪੂਰੀ ਪੌਣ ਛਾਣ ਕੀਤੀ ਹੈ ਪਿੰਡਾਂ ਸ਼ਹਿਰਾਂ ਦੀ। ਕਰਤਾਰਪੁਰ ਸਾਹਿਬ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਲਾਹੌਰ, ਵੀ ਇਸ ਇਲਾਕੇ 'ਚ ਗੁਰੂਆਂ ਦੇ ਵੱਡੇ ਪਿੰਡ ਨੇ, ਗੁਰੂਆਂ ਦੇ ਕੇਂਦਰ ਨੇ ਸਿੱਖੀ ਦੇ। ਇੱਥੋਂ ਪਤਾ ਲੱਗੇ, ਕਿਤੇ ਨਹੀਂ ਮਹਾਰਾਜ ਦਾ ਪਤਾ ਚੱਲਿਆ। ਗਿਰ ਕਹਿਲੂਰ ਆਦ ਬਹੁ ਥਾਨ। ਉੱਪਰ ਹਿਮਾਚਲ ਦੇ ਵਿੱਚ ਕਹਿਲੂਰ ਦੀ ਰਿਆਸਤ ਹੈ, ਉਧਰ ਵੀ ਪਤਾ ਕੀਤਾ ਵੀ ਗੁਰੂ ਕਿਤੇ ਪਹਾੜਾਂ ਨੂੰ ਨਾ ਚਲੇ ਗਏ ਹੋਣ, ਉੱਪਰ ਨੂੰ ਜੰਮੂ ਕਸ਼ਮੀਰ ਵੱਲ ਨਾ ਚਲੇ ਗਏ ਹੋਣ, ਜਾਂ ਉੱਪਰ ਕਿਤੇ ਕਾਂਗੜੇ ਵੱਲ ਨਾ ਚਲੇ ਗਏ ਹੋਣ। ਦੂਰ ਦੂਰ ਤੱਕ ਖਬਰਾਂ ਭੇਜੀਆਂ ਵੀ ਗੁਰੂ ਸਾਹਿਬ ਦਾ ਪਤਾ ਕੱਢੋ। ਬੂਜਤ ਵਿਚਰਤ ਨਾਮ ਬਖਾਨ। ਪੁੱਛਦੇ ਫਿਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਦੱਸਦੇ ਨੇ, ਹੁਲੀਆ ਦੱਸਦੇ ਨੇ ਵੀ ਇਦਾਂ ਦੀ ਸ਼ਕਲ ਹੈ, ਇਦਾਂ ਦਾ ਕੱਦ ਕਾਠ ਹੈ, ਇਦਾਂ ਦਾ ਗੋਰਾ ਰੰਗ ਹੈ, ਇਦਾਂ ਦਾ ਸਰੂਪ ਹੈ, ਉਹਨਾਂ ਦਾ ਸਾਰਾ ਦੱਸਦੇ ਨੇ। ਸ੍ਰੀ ਨਾਨਕ ਮਸਨੰਦ ਵਿਸਾਲਾ। ਇਹ ਵੀ ਦੱਸਦੇ ਨੇ ਵੀ ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ। ਤਿਸ ਪਰ ਇਸ ਸਥਿਤ ਜੋ ਇਸ ਕਾਲਾ। ਇਹ ਗੁਰੂ ਤੇਗ ਬਹਾਦਰ ਸਾਹਿਬ ਉਹ ਨੇ ਜਿਹੜੇ ਗੁਰੂ ਨਾਨਕ ਦੀ 9ਵੀਂ ਥਾਂ ਤੇ ਬੈਠੇ ਹੋਏ ਨੇ। ਸ਼ਾਹੋ ਤਲਾਸ਼ ਕਰਤ ਹੈ ਤਿਸ ਕੀ। ਉਹਨਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਦਸ਼ਾਹ ਔਰੰਗਜ਼ੇਬ ਨੂੰ ਤਲਾਸ਼ ਹੈ। ਭਾਈ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ, ਤਾਂ ਕਿ ਤੁਹਾਨੂੰ ਵੀ ਇਨਾਮ ਦਵਾਵਾਂਗੇ। ਵਿਚਰਤ ਸੁਧ ਲੈਵੇ ਸਭ ਦਿਸ਼ ਕੀ। ਇਸ ਤਰ੍ਹਾਂ ਇਹ ਸੂਈਏ ਖਬਰ ਲੈਣ ਵਾਸਤੇ ਥਾਂ ਥਾਂ ਤੇ ਸੂਹਾਂ ਲੈਂਦੇ ਫਿਰਦੇ ਨੇ। ਜਿਸ ਕੇ ਦੁਰਿਓ ਹੋਏ ਕਬ ਆਏ। ਬਈ ਜੇ ਕਿਸੇ ਦੇ ਘਰ ਤੁਹਾਡੇ ਗੁਰੂ ਤੇਗ ਬਹਾਦਰ ਰਾਤ 2 ਰਾਤਾਂ ਰਹੇ ਹੋਣ, ਪਹਿਲਾਂ ਦੱਸ ਦਿਓ। ਜੇ ਤੁਸੀਂ ਨਾ ਦੱਸਿਆ ਤਾਂ ਫਿਰ ਤੁਹਾਡੀ ਖੈਰ ਨਹੀਂ ਹੋਵੇਗੀ। ਸੋ ਅਬ ਹਮ ਕੋ ਦੇਹੋ ਬਤਾਏ। ਜੇ ਤੁਹਾਡੇ ਪਿੰਡ 'ਚ, ਤੁਹਾਡੇ ਇਲਾਕੇ 'ਚ ਕਿਸੇ ਨੇ ਪਨਾਹ ਦਿੱਤੀ ਹੈ, ਉਹ ਵੀ ਦੱਸੋ। ਨਾਹੀ ਤਾਂ ਗੁਰ ਜਾਣਿਓ ਜਬ ਜਾਏ। ਨਹੀਂ ਤਾਂ ਅਸੀਂ ਗੁਰੂ ਨੂੰ ਫੜ ਤਾਂ ਲੈਣਾ ਹੀ ਹੈ। ਜਦੋਂ ਗੁਰੂ ਸਾਨੂੰ ਮਿਲ ਗਿਆ, ਅਸੀਂ ਸਾਰੀ ਤਫਤੀਸ਼ ਕਰਾਂਗੇ ਵੀ ਗੁਰੂ ਨੂੰ ਕਿਹੜੇ ਕਿਹੜੇ ਬੰਦੇ ਨੇ ਮਦਦ ਦਿੱਤੀ ਹੈ, ਕਿਹੜੇ ਕਿਹੜੇ ਗੁਰੂ ਨੇ ਬੰਦੇ ਨੇ ਪਨਾਹ ਦਿੱਤੀ ਗੁਰੂ ਨੂੰ। ਪਾਤਸ਼ਾਹੇ ਤਿਸ ਦੇਹ ਸਜਾਏ। ਜਿਹੜਾ ਗੁਰੂ ਨੂੰ ਆਪਣੇ ਘਰ ਰੱਖੇਗਾ, ਜਿਹੜਾ ਗੁਰੂ ਦੀ ਮਦਦ ਕਰੇਗਾ, ਬਾਦਸ਼ਾਹ ਔਰੰਗਜ਼ੇਬ ਸਖਤ ਸਜ਼ਾ ਦੇਵੇਗਾ। ਇਤਿਆਦਿਕ ਕਹਿ ਪੁਰਗਰਾਮਨ। ਇਸ ਤਰ੍ਹਾਂ ਦੀਆਂ ਗੱਲਾਂ ਪਿੰਡਾਂ ਸ਼ਹਿਰਾਂ ਵਿੱਚ ਕਹਿ ਕਹਿ ਕੇ ਲੋਕਾਂ ਨੂੰ ਡਰਾਉਂਦੇ ਨੇ। ਕਹੂੰ ਬਿਲੋਕਤ ਹਿੰਦੁਨ ਧਾਮਨ। ਖਾਸ ਕਰਕੇ ਹਿੰਦੂਆਂ ਤੇ ਬੜੀ ਨਿਗਾਹ ਰੱਖਦੇ ਨੇ ਕਿ ਹਿੰਦੂਆਂ ਦੇ ਘਰ ਗੁਰੂ ਲੁਕਿਆ ਹੋਵੇਗਾ, ਹਿੰਦੂ ਗੁਰੂ ਨੂੰ ਪਨਾਹ ਦੇਣਗੇ। ਸੰਗਤ ਮੈਂ ਬਹੁਤ ਰਾਸ ਬਖਾਨੈ। ਹਿੰਦੂਆਂ ਵਿੱਚੋਂ ਵੀ ਖਾਸ ਕਰਕੇ ਉਹਨਾਂ ਲੋਕਾਂ ਤੇ ਜ਼ਿਆਦਾ ਨਿਗਾਹ ਜਿਹੜੇ ਗੁਰੂ ਘਰ ਨੂੰ ਮੰਨਦੇ ਨੇ, ਗੁਰੂ ਦੀ ਸੰਗਤ ਨੇ, ਬਾਣੀ ਪੜ੍ਹਦੇ ਨੇ, ਗੁਰਸਿੱਖ ਨੇ। ਉਹਨਾਂ ਨੂੰ ਡਰਾਉਂਦੇ ਨੇ ਜਾ ਕੇ ਵੀ ਜੇ ਤੁਹਾਡਾ ਗੁਰੂ ਤੁਹਾਡੇ ਕੋਲ ਆਇਆ ਤਾਂ ਦੱਸੋ, ਜੇ ਗੁਰੂ ਤੁਹਾਡਾ ਆ ਗਿਆ ਤਾਂ ਸਾਨੂੰ ਫੜਾਓ, ਜੇ ਤੁਸੀਂ ਨਾ ਦੱਸਿਆ ਤਾਂ ਫਿਰ ਤੁਹਾਡੀ ਖੈਰ ਨਹੀਂ। ਇਹਦਾ ਗੁਰੂ ਕੀ ਸੰਗਤ 'ਚ ਬਹੁਤ ਜ਼ਿਆਦਾ ਦਹਿਸ਼ਤ ਇਹਨਾਂ ਐਦੀਆਂ ਨੇ ਪਾ ਦਿੱਤੀ ਹੈ। ਗੁਰੂ ਬਤਾਵੋ ਜਹ ਤੁਮ ਜਾਣੈ। ਜਿੱਥੇ ਵੀ ਭਾਈ ਤੁਹਾਨੂੰ ਪਤਾ ਲੱਗਦਾ, ਗੁਰੂ ਦੀ ਇਨਫੋਰਮੇਸ਼ਨ, ਜਾਣਕਾਰੀ ਸਰਕਾਰ ਨੂੰ ਦਿਓ। ਮਾਇਆ ਤੇ ਮੋਹਿਤ ਮਨ ਹੋਏ। ਸਾਧ ਸੰਗਤ ਜੀ ਕਹਿੰਦੇ ਐਸੀ ਸਤਿਗੁਰੂ ਨੇ ਖੇਡ ਵਰਤਾਈ, ਐਸਾ ਲੋਕਾਂ ਦੀ ਬੁੱਧੀ ਤੇ ਪਰਦਾ ਪਾਇਆ। ਗੁਰ ਦਿਸ਼ ਗਏ ਨਾ ਦਰਸ਼ਨ ਜੋਏ। ਇਹ ਜਿਹੜੇ ਐਦੀ ਅਸੀਂ ਦੂਜੇ ਪਾਸੇ ਹੀ ਘੁੰਮਦੇ ਰਹੇ, ਜਿਹੜੇ ਪਾਸੇ ਸਤਿਗੁਰੂ ਪਾਤਸ਼ਾਹ ਗਏ ਉਧਰ ਗਏ ਹੀ ਨਹੀਂ। ਇੱਧਰ ਪਟਿਆਲੇ ਦੇ ਇਲਾਕੇ ਵੱਲ, ਸਮਾਣੇ ਦੇ ਇਲਾਕੇ ਵੱਲ,
ਇੱਧਰ ਕਹਿੰਦੇ ਮਹਾਰਾਜ ਆਏ ਨੇ, ਇੱਧਰ ਕਿਸੇ ਨੇ ਇਹਨਾਂ ਨੇ ਪੁੱਛਿਆ ਵੀ ਨਹੀਂ। ਵਿਖੇ ਸੁਨੇ ਜਿਨ ਮਿਲੇ ਨਾ ਤਿਨ ਕੋ, ਤੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਵੇਖਿਆ ਵੀ ਸੀ ਉਹਨਾਂ ਨੂੰ ਇਹਨਾਂ ਨੇ ਪੁੱਛਿਆ ਨਹੀਂ। ਜੇ ਕਿਸੇ ਨੂੰ ਪੁੱਛਿਆ ਤੇ ਮਹਾਰਾਜ ਦੀ ਮਾਇਆ ਉਹਨੂੰ ਯਾਦ ਹੀ ਨਹੀਂ ਰਿਹਾ, ਜੇ ਉਹਨੂੰ ਮਿਲਿਆ ਵੀ ਹੋਵੇ। ਇਸ ਤਰ੍ਹਾਂ ਕਲਾ ਵਰਤ ਗਈ ਗੁਰੂ ਸਾਹਿਬ ਜੀ ਦੀ। ਕਿਉ ਕਰ ਖੋਜ ਪਾਏ ਗੁਰ ਤਨ ਕੋ, ਸਤਿਗੁਰੂ ਪਾਤਸ਼ਾਹ ਦੀ ਇਹਨਾਂ ਨੂੰ ਸੂਹ ਅਜੇ ਤੱਕ ਨਹੀਂ ਮਿਲੀ। ਸੈਫ ਦੀਨ ਤੇ ਲੀਨ ਵਿਦਾਈ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਬਹਾਦਰਗੜ੍ਹ ਤੋਂ ਸੈਫਾਬਾਦ ਤੋਂ ਵਿਦਾਈ ਲੈ ਕੇ ਕਰ ਜੋਰੇ ਤਿਨ ਗਰੀਬ ਨਿਵਾਈ, ਤੇ ਸੈਫਦੀਨ ਨੇ ਬੜੇ ਨਿਮਰਤਾ ਨਾਲ ਹੱਥ ਜੋੜ ਕੇ ਸੀਸ ਝੁਕਾਇਆ। ਸਿਮਰਹੁ ਦਾਸ ਜਾਨ ਕਰ ਮੋਹੀ, ਕਹਿਣ ਲੱਗਾ ਪਾਤਸ਼ਾਹ ਮੈਨੂੰ ਸਦਾ ਯਾਦ ਰੱਖਿਆ ਜੇ ਮੈਂ ਤੁਹਾਡਾ ਦਾਸ ਹਾਂ, ਮੈਨੂੰ ਦਰਗਾਹ ਵਿੱਚ ਵੀ ਤੁਸੀਂ ਛੁਡਾਣਾ ਤੇ ਇੱਥੇ ਵੀ ਤੁਸੀਂ ਮੇਰੇ ਰਾਖੇ ਹੋ। ਬੂਝਿਓ ਕਬ ਦਰਸ਼ਨ ਪੁਨ ਹੋਹੀ, ਫਿਰ ਜਾਣ ਲੱਗਿਆ ਨੂੰ ਸੈਫਦੀਨ ਨੇ ਪੁੱਛਿਆ ਮਹਾਰਾਜ ਹੁਣ ਦੁਬਾਰਾ ਦਰਸ਼ਨ ਕਦੋਂ ਹੋਣਗੇ? ਸੁਨ ਸ੍ਰੀ ਤੇਗ ਬਹਾਦਰ ਭਾਖਾ, ਸਤਿਗੁਰੂ ਤੇਗ ਬਹਾਦਰ ਸੈਫਦੀਨ ਨੂੰ ਕਹਿਣ ਲੱਗੇ ਕਰੀ ਪੂਰ ਮਿਲਵੇ ਅਬ ਲਾਖਾ, ਸੈਫਦੀਨ ਤੁਹਾਡੇ ਮਿਲਣ ਦੀ ਇੱਛਾ ਸੀ ਨਾ, ਉਹ ਪ੍ਰਮਾਤਮਾ ਨੇ ਪੂਰੀ ਕਰ ਦਿੱਤੀ ਹੈ। ਤੁਸੀਂ ਸਾਨੂੰ ਮਿਲੇ, ਅਸੀਂ ਤੁਹਾਨੂੰ ਮਿਲੇ ਆ, ਮਿਲ ਕੇ ਬੜੀ ਖੁਸ਼ੀ ਹੋਈ ਹੈ। ਧਰਹੁ ਧਿਆਨ ਹੀ ਦਰਸ਼ਨ ਮੋਰਾ, ਹੁਣ ਸਾਡੇ ਦਰਸ਼ਨ ਧਿਆਨ ਵਿੱਚ ਹੀ ਹੋਇਆ ਕਰਨਗੇ। ਹੁਣ ਤਾਂ ਜਦੋਂ ਧਿਆਨ ਵਿੱਚ ਦੇਖੋਗੇ ਤੇ ਸਾਡੇ ਦਰਸ਼ਨ ਹੋਣਗੇ। ਬਨਹੁ ਸਹਾਇਕ ਜਹ ਕਹਿ ਤੋਰਾ, ਤੇਰੀ ਮੈਂ ਜਿੱਥੇ ਕਿੱਥੇ ਤੂੰ ਮਤ ਅਰਦਾਸ ਕਰੇਂਗਾ ਸਹਾਇਤਾ ਕਰਾਂਗਾ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਤੇਰੇ ਭਾਈ ਸਹਾਈ ਹੋਵਾਂਗੇ। ਇਮ ਦੇ ਧੀਰਜ ਕੀਨ ਭਿਆਨਾ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਧੀਰਜ ਦੇ ਕੇ ਸੈਫਾਬਾਦ ਤੋਂ ਚਾਲੇ ਪਾਤੇ। ਇਹ ਨਗਰ ਇੱਕ ਨਾਮ ਸਮਾਨਾ, ਅਤੇ ਸਮਾਣਾ ਸ਼ਹਿਰ ਹੈ। ਸਮਾਣੇ ਦੀ ਗੜੀ ਜਾਂ ਸਮਾਣਾ ਬਹੁਤ ਮਸ਼ਹੂਰ ਹੈ। ਪਟਿਆਲਾ ਨਹੀਂ ਸੀ ਵਸਿਆ, ਸਮਾਣਾ ਬਹੁਤ ਪੁਰਾਣਾ ਹੈ, ਪਠਾਣਾ ਦਾ ਸ਼ਹਿਰ ਸੀਗਾ। ਮਹਾਰਾਜ ਸਮਾਣੇ ਵੱਲ ਗਏ ਹਨ। ਰਸਤੇ ਵਿੱਚ ਮੋਤੀ ਬਾਗ ਵਾਲਾ ਸਥਾਨ ਵੀ ਹੈ, ਪਟਿਆਲੇ ਦੁਖਨਿਵਾਰਨ ਸਾਹਿਬ ਵੀ ਹੈ, ਪਰ ਉਹਦਾ ਇਤਿਹਾਸ ਵਿੱਚ ਪਹਿਲਾਂ ਜ਼ਿਕਰ ਨਹੀਂ ਆਉਂਦਾ, ਹੁਣ ਪ੍ਰਗਟ ਹੋਏ ਸਥਾਨ ਬਾਅਦ ਵਿੱਚ। ਪਰ ਸਮਾਣੇ ਦਾ ਸਥਾਨ ਜਿਹੜਾ ਹੈ, ਗੜੀ ਨਜ਼ੀਰ, ਥੜਾ ਸਾਹਿਬ, ਇਹ ਦੋ ਪੁਰਾਤਨ ਸਥਾਨ ਹਨ। ਕਵੀ ਜੀ ਉੱਥੋਂ ਦਾ ਜ਼ਿਕਰ ਕਰ ਰਹੇ ਆ। ਸੈਫਾਬਾਦ ਤੋਂ ਬਾਅਦ ਇਹ ਨਗਰ ਇੱਕ ਨਾਮ ਸਮਾਣਾ, ਸਮਾਣੇ ਪਾਤਸ਼ਾਹ ਪਹੁੰਚਣਗੇ। ਉੱਥੇ ਕੀ ਕੌਤਕ ਕਰਨਗੇ ਉਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ।